हेलो जी प्यारे विद्यार्थियों, ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਸੇਫਟੀ ਪ੍ਰੀਕਾਸ਼ਨ ਐਂਡ ਸ਼ਾਰਟ ਟ੍ਰੀਟਮੈਂਟ। ਪੰਜਾਬੀ 'ਚ ਇਹਨੂੰ ਕਹਿੰਦੇ ਆਪਾਂ ਸੁਰੱਖਿਆ ਸਾਵਧਾਨੀਆਂ ਅਤੇ ਬਿਜਲੀ ਦੇ ਝਟਕੇ ਦਾ ਇਲਾਜ। ਠੀਕ ਹੈ, ਇਹ ਜਿਹੜਾ ਹੈ ਆਪਣਾ ਪਹਿਲਾ ਚੈਪਟਰ ਹੈ ਮਟੀਰੀਅਲ ਐਂਡ ਵਰਕਸ਼ਾਪ ਪ੍ਰੈਕਟਿਸ ਦਾ। +1 ਦੇ ਮਟੀਰੀਅਲ ਐਂਡ ਵਰਕਸ਼ਾਪ ਪ੍ਰੈਕਟਿਸ ਦਾ ਫਸਟ ਚੈਪਟਰ ਹੈ। ਇਹਦੇ ਬਾਰੇ ਗੱਲ ਕਰਾਂਗੇ ਅੱਜ ਆਪਾਂ। ਸਭ ਤੋਂ ਪਹਿਲਾਂ ਸੁਰੱਖਿਆ ਸਾਵਧਾਨੀਆਂ ਕੀ ਹੁੰਦੀਆਂ, ਕਿਹਨੂੰ ਕਹਿੰਦੇ ਆ? ਸੁਰੱਖਿਆ ਸਾਵਧਾਨੀਆਂ ਦਾ ਕੀ ਮਤਲਬ ਹੈ? ਜਿਵੇਂ ਆਪਾਂ ਕਿਸੇ ਵੀ ਵਰਕਸ਼ਾਪ 'ਚ ਕੰਮ ਕਰਦੇ ਹਾਂ ਅਤੇ ਆਪਾਂ ਨੂੰ ਸੁਰੱਖਿਆ ਸਾਵਧਾਨੀਆਂ ਤੋਂ ਪੂਰੀ ਤਰ੍ਹਾਂ ਨਾਲ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਸੁਰੱਖਿਆਪੂਰਨ ਢੰਗ ਨਾਲ ਜੇ ਆਪਾਂ ਕੰਮ ਕਰਾਂਗੇ ਤਾਂ ਉਹਦੇ ਨਾਲ ਕੀ ਹੋਊਗਾ, ਆਪਾਂ ਆਪਦੇ ਆਪ ਨੂੰ ਵੀ ਬਚਾ ਸਕਦੇ ਹਾਂ ਅਤੇ ਆਪਣੇ ਜਿਹੜੇ ਨਾਲ ਦੇ ਸਾਥੀ ਹੈ ਉਹਨਾਂ ਨੂੰ ਵੀ ਦੁਰਘਟਨਾਵਾਂ ਤੋਂ ਬਚਾ ਸਕਦੇ ਹਾਂ। ਠੀਕ ਹੈ, ਇਹਦਾ ਮਤਲਬ ਕੀ ਹੈ, ਹਰ ਇੱਕ ਸਿੱਖਿਆਰਥੀ ਨੂੰ ਜਿਹੜਾ ਕੰਮ ਸਿੱਖ ਰਿਹਾ ਵਾ ਬੱਚਾ ਜਾਂ ਕੋਈ ਆਦਮੀ ਜਿਹੜਾ ਕੰਮ ਸਿੱਖ ਰਿਹਾ ਉਹਨੂੰ ਕੰਮ ਸਿੱਖਣ ਤੋਂ ਪਹਿਲਾਂ ਸੁਰੱਖਿਆ ਸਾਵਧਾਨੀਆਂ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਸੁਰੱਖਿਆ ਆਪਾਂ ਨਹੀਂ ਰੱਖਾਂਗੇ ਤਾਂ ਉਹਦੇ ਨਾਲ ਆਪਾਂ ਨੂੰ ਵੀ ਨੁਕਸਾਨ ਹੋ ਸਕਦਾ ਅਤੇ ਆਪਣੇ ਜਿਹੜੇ ਨਾਲ ਕੰਮ ਕਰ ਰਹੇ ਉਹਨਾਂ ਨੂੰ ਵੀ, ਸਾਥੀਆਂ ਨੂੰ ਵੀ ਨੁਕਸਾਨ ਹੋ ਸਕਦਾ। ਠੀਕ ਹੈ, ਪਹਿਲਾਂ ਹੈ ਵਰਕਸ਼ਾਪ ਵਿੱਚ ਅਨੁਸ਼ਾਸਨ। ਵਰਕਸ਼ਾਪ ਵਿੱਚ ਅਨੁਸ਼ਾਸਨ ਆਪਾਂ ਕਿਵੇਂ ਰੱਖ ਸਕਦੇ ਹਾਂ? ਪਹਿਲਾ ਪੁਆਇੰਟ ਇਹਦੇ ਵਿੱਚ ਜਿੱਥੇ ਆਪਾਂ ਕੰਮ ਕਰਨਾ ਹੋਇਆ। ਠੀਕ ਹੈ, ਵਰਕਸ਼ਾਪ ਕਿਹਨੂੰ ਕਹਿੰਦੇ ਆ? ਉਹ ਥਾਂ ਜਿੱਥੇ ਕਿਸੇ ਕਿਸਮ ਦਾ ਕੰਮ ਮਸ਼ੀਨ ਨਾਲ ਜਾਂ ਹੱਥੀਂ ਕੀਤਾ ਜਾਂਦਾ ਉਹਨੂੰ ਆਪਾਂ ਕਹਿੰਦੇ ਹਾਂ ਵਰਕਸ਼ਾਪ ਕਹਿੰਦੇ ਹਾਂ। ਜਿੱਥੇ ਆਪਾਂ ਹੱਥ ਨਾਲ ਕੰਮ ਕਰਦੇ ਹਾਂ ਜਾਂ ਮਸ਼ੀਨ ਦੇ ਨਾਲ ਕੰਮ ਕਰਦੇ ਹਾਂ ਉਹਨੂੰ ਆਪਾਂ ਵਰਕਸ਼ਾਪ ਕਹਿੰਦੇ ਹਾਂ। ਠੀਕ ਹੈ, ਵਰਕਸ਼ਾਪ ਦੇ ਵਿੱਚ ਕੀ ਹੈ, ਕਿਹੜੀਆਂ ਸਾਵਧਾਨੀਆਂ ਰੱਖਣੀਆਂ ਆਪਾਂ? ਪਹਿਲੀ ਹੈ, ਵਰਕਸ਼ਾਪ ਵਿੱਚ ਆਪਾਂ ਨੂੰ ਕਿਸੇ ਵੀ ਉਪਕਰਨ ਨਾਲ ਛੇੜਖਾਨੀ ਨਹੀਂ ਕਰਨੀ ਚਾਹੀਦੀ। ਵਰਕਸ਼ਾਪ ਵਿੱਚ ਕੀ ਹੈ, ਕਿਸੇ ਵੀ ਉਪਕਰਨ ਨਾਲ ਛੇੜਖਾਨੀ ਨਹੀਂ ਕਰਨੀ ਚਾਹੀਦੀ। ਵਰਕਸ਼ਾਪ ਦੇ ਵਿੱਚ ਹਮੇਸ਼ਾ ਜਿਹੜੇ ਆਪਣੇ ਕੱਪੜੇ ਆ ਉਹ ਟਾਈਟ ਅਤੇ ਚੁਸਤ ਪਾਉਣੇ ਚਾਹੀਦੇ ਆ। ਕੱਪੜੇ ਬਿਲਕੁਲ ਟਾਈਟ ਵਗੈਰਾ ਹੋਣੇ, ਲੂਜ਼ ਕੱਪੜੇ ਨਹੀਂ ਪਾਉਣੇ, ਕਿਉਂਕਿ ਲੂਜ਼ ਕੱਪੜੇ ਪਾਵਾਂਗੇ ਤਾਂ ਉਹਦੇ ਨਾਲ ਕਈ ਵਾਰੀ ਕੋਈ ਮੋਟਰ ਚੱਲ ਰਹੀ ਹੈ, ਮਸ਼ੀਨ ਚੱਲ ਰਹੀ, ਉਹਦੇ ਝਾੜ ਸਕਦੇ ਆਪਣੇ ਕੱਪੜੇ। ਠੀਕ ਹੈ, ਜਿਹੜੇ ਟੂਲ ਹੈ ਅਤੇ ਔਜ਼ਾਰ ਹੈ ਜਿੱਥੋਂ ਆਪਾਂ ਚੱਕੇ ਆ ਉੱਥੇ ਹੀ ਰੱਖਣੇ ਆ। ਮੰਨ ਲਓ ਅਲਮਾਰੀ 'ਚੋਂ ਕੱਢੇ ਅਤੇ ਅਲਮਾਰੀ 'ਚ ਹੀ ਰੱਖ ਦਿੰਦੇ ਵਾਪਸ। ਠੀਕ ਹੈ, ਉਹਦੀ ਮਤਲਬ ਠੀਕ ਥਾਂ 'ਤੇ ਅਤੇ ਸੁਚੱਜੇ ਢੰਗ ਨਾਲ ਰੱਖਣੇ ਚਾਹੀਦੇ ਆਪਾਂ ਨੂੰ। ਜਿਹੜੀ ਵਰਕਸ਼ਾਪ ਹੈ ਉਹਦੇ ਫਰਸ਼ ਦੇ ਉੱਪਰ ਆਪਾਂ ਨੂੰ ਤੇਲ ਗਰੀਸ ਨਹੀਂ ਡੁੱਲਣ ਦੇਣੀ ਚਾਹੀਦੀ। ਉਹਦੇ ਤੇਲ ਵਗੈਰਾ ਨਹੀਂ ਡੁੱਲਣਾ ਚਾਹੀਦਾ, ਕਿਉਂਕਿ ਜੇ ਤੇਲ ਜਾਂ ਗਰੀਸ ਵਰਕਸ਼ਾਪ ਦੀ ਫਰਸ਼ 'ਤੇ ਗਿਰ ਗਿਆ ਤਾਂ ਆਪਾਂ ਸਲਿੱਪ ਕਰਕੇ ਡਿੱਗ ਸਕਦੇ ਹਾਂ। ਆਪਾਂ ਜਾਂ ਕੋਈ ਵੀ ਆਪਣਾ ਸਾਥੀ ਹੈ ਉਹ ਵੀ ਸਲਿੱਪ ਹੋ ਕੇ ਡਿੱਗ ਸਕਦਾ ਵਾ। ਠੀਕ ਹੈ, ਵਰਕਸ਼ਾਪ ਦੇ ਵਿੱਚ ਹੋਰ ਕੀ ਹੈ, ਕਦੇ ਵੀ ਚੱਪਲ ਨਹੀਂ ਪਾਉਣੀ ਚਾਹੀਦੀ, ਹਮੇਸ਼ਾ ਕੀ ਹੈ ਬੂਟ ਪਾਉਣੇ ਚਾਹੀਦੇ ਆ। ਨੋਰਮਲ ਜਿਹੀ ਗੱਲਾਂ। ਠੀਕ ਹੈ, ਉਸ ਤੋਂ ਬਾਅਦ ਹੈ ਵਰਕਸ਼ਾਪ ਸਥਾਪਿਤ ਕਰਨ ਲਈ ਧਿਆਨ ਦੇਣ ਯੋਗ ਗੱਲਾਂ। ਹੁਣ ਆਪਾਂ ਮੰਨ ਲਓ ਕੋਈ ਕਮਰਾ ਹੈ ਉਹਨੂੰ ਵਰਕਸ਼ਾਪ ਬਣਾਉਣਾ ਅਤੇ ਉਹ ਕਮਰਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਕਹਿੰਦਾ ਮਤਲਬ ਕਿ ਇੱਕ ਰੂਮ ਹੈ ਆਪਣੇ ਕੋਲ, ਮੰਨ ਲਓ ਉਹਨੂੰ ਵਰਕਸ਼ਾਪ ਬਣਾਉਣਾ ਚਾਹੁੰਦੇ ਹਾਂ ਜਾਂ ਆਪਾਂ ਨਵਾਂ ਵਰਕਸ਼ਾਪ ਬਣਾਉਣੀ ਹੈ, ਨਵਾਂ ਕਮਰਾ ਬਣਾਉਣਾ ਵਾ, ਤਾਂ ਉਹਦੇ ਲਈ ਆਪਾਂ ਨੂੰ ਕੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਇਹ ਗੱਲ ਕਰਾਂਗੇ। ਸਭ ਤੋਂ ਪਹਿਲਾਂ ਹੈਗੀ ਜਿਹੜੀ ਵਰਕਸ਼ਾਪ ਦਾ ਜਿਹੜਾ ਕਮਰਾ ਹੈ, ਵਰਕਸ਼ਾਪ ਹੈ ਉਹ ਹਵਾਦਾਰ ਅਤੇ ਰੋਸ਼ਨੀਦਾਰ ਹੋਣੀ ਚਾਹੀਦੀ ਹੈ। ਵਰਕਸ਼ਾਪ ਦਾ ਜਿਹੜਾ ਕਮਰਾ ਹੈ ਉਹ ਹਵਾਦਾਰ ਅਤੇ ਰੋਸ਼ਨੀਦਾਰ ਹੋਣਾ ਚਾਹੀਦਾ। ਅਤੇ ਜਿਹੜੀ ਵਰਕਸ਼ਾਪ ਦੀ ਛੱਤ ਹੈ ਉਹ ਆਮ ਛੱਤਾਂ ਨਾਲ, ਜਿਵੇਂ ਆਪਣੇ ਆਮ ਕਮਰੇ ਦੀ ਛੱਤ ਹੁੰਦੀ ਉਹਦੇ ਨਾਲ ਉੱਚੀ ਹੋਣੀ ਚਾਹੀਦੀ ਹੈ। ਵਰਕਸ਼ਾਪ ਦੀ ਜਿਹੜੀ ਛੱਤ ਹੈ ਉਹ ਉੱਚੀ ਹੋਣੀ ਚਾਹੀਦੀ ਹੈ। ਵਰਕਸ਼ਾਪ ਦੇ ਵਿੱਚ ਕਦੇ ਵੀ ਆਪਾਂ ਨੂੰ ਓਪਨ ਵਾਇਰਿੰਗ ਨਹੀਂ ਕਰਨੀ। ਠੀਕ ਹੈ, ਓਪਨ ਵਾਇਰਿੰਗ ਮਤਲਬ ਕੋਈ ਵਾਇਰਿੰਗ ਕਈ ਤਰ੍ਹਾਂ ਦੀ ਹੁੰਦੀ, ਜਿਵੇਂ ਤੁਹਾਨੂੰ ਆਊਗਾ ਅੱਗੇ ਵੀ। ਵਰਕਸ਼ਾਪ ਵਿੱਚ ਆਪਾਂ ਹਮੇਸ਼ਾ ਕੰਡਿਊਟ ਫਿਟਿੰਗ ਦੁਆਰਾ ਵਾਇਰਿੰਗ ਕਰਨੀ, ਕੰਡਿਊਟ ਫਿਟਿੰਗ ਕਰਨੀ ਹੈ। ਠੀਕ ਹੈ, ਓਪਨ ਤਾਰਾਂ ਲਟਕਾਉਣੀਆਂ ਨਹੀਂ, ਜਿਵੇਂ ਸਿੰਪਲ ਤਾਰਾਂ ਕੇ ਲਟਕਾ ਕੇ ਪੱਖੇ ਨੂੰ ਜੋੜ ਦਿੰਦੇ, ਟਿਊਬ ਨੂੰ ਜੋੜ ਦਿੰਦੇ, ਉਵੇਂ ਨਹੀਂ ਕਰਨੀਆਂ। ਆਪਾਂ ਦੀਵਾਰ ਦੇ ਵਿੱਚ ਕੰਡਿਊਟ ਪਾਈਪਾਂ ਪਾਉਣੀਆਂ ਵਾ, ਜਾਂ ਦੀਵਾਰ ਦੇ ਉੱਪਰ ਵੀ ਲਗਾ ਸਕਦੇ ਹਾਂ। ਕੰਡਿਊਟ ਫਿਟਿੰਗ ਕਰਨੀ, ਕਹਿੰਦਾ ਮਤਲਬ ਪਾਈਪਾਂ ਰਾਹੀਂ ਬਿਜਲੀ ਸਪਲਾਈ ਜਾਊਗੀ ਇੱਕ ਥਾਂ ਤੋਂ ਦੂਜੀ ਥਾਂ 'ਤੇ। ਠੀਕ ਹੈ, ਹੋਰ ਕੀ ਹੈ, ਜਿਹੜੀ ਵਰਕਸ਼ਾਪ ਦੇ ਵਿੱਚ ਜਿਹੜੀਆਂ ਮੋਟਰਾਂ ਵਾ, ਕੰਡਿਊਟ ਪਾਈਪਾਂ ਅਤੇ ਸੌਕਟਾਂ ਸਾਰੀਆਂ ਅਰਥ ਹੋਣੀਆਂ ਚਾਹੀਦੀਆਂ। ਠੀਕ ਹੈ, ਵਰਕਸ਼ਾਪ ਵਿੱਚ ਜਿਹੜੀਆਂ ਮੋਟਰਾਂ ਵਾ ਸਾਰੀਆਂ ਆਪਾਂ ਅਰਥ ਕਰਨੀਆਂ, ਕੰਡਿਊਟ ਪਾਈਪਾਂ ਸੌਕਟ ਜਿਹੜੀਆਂ ਹੈਗੀਆਂ ਉਹ ਸਾਰੀਆਂ ਅਰਥ ਹੋਣੀਆਂ ਚਾਹੀਦੀਆਂ। ਵਰਕਸ਼ਾਪ ਵਿੱਚ ਜਿਹੜਾ ਟੂਲ ਰੱਖਣ ਲਈ ਅਲੱਗ ਥਾਂ ਹੋਣੀ ਚਾਹੀਦੀ, ਜਿਵੇਂ ਅਲੱਗ ਅਲਮਾਰੀ ਹੋਣੀ ਚਾਹੀਦੀ ਹੈ ਜਾਂ ਅਲੱਗ ਜਗ੍ਹਾ ਬਣੀ ਹੋਣੀ ਚਾਹੀਦੀ ਜਿੱਥੇ ਆਪਾਂ ਟੂਲਸ ਵਗੈਰਾ ਰੱਖਣੇ ਆ। ਹੋਰ ਕੀ, ਜਿਹੜੀ ਵਰਕਸ਼ਾਪ ਵਿੱਚ ਜਿਹੜੀਆਂ ਮੋਟਰਾਂ ਵਾ ਕੰਧ ਤੋਂ ਅੱਧੇ ਮੀਟਰ 'ਤੇ ਘੱਟੋ ਘੱਟ ਅੱਧੇ ਮੀਟਰ ਤੋਂ ਨੇੜੇ ਨਹੀਂ ਹੋਣੀ ਚਾਹੀਦੀਆਂ, ਮਤਲਬ ਅੱਧੇ ਮੀਟਰ ਤੋਂ ਦੂਰ ਹੋ ਸਕਦੀਆਂ, ਨੇੜੇ ਨਹੀਂ ਸੀ।
ਜਿਵੇਂ ਕੰਧ ਦੇ ਨਾਲ ਆਪਾਂ ਮੋਟਰ ਨਹੀਂ ਫਿੱਟ ਕਰਨੀ, ਕੰਧ ਤੋਂ ਆਪਾਂ ਅੱਧਾ ਮੀਟਰ ਦੀ ਦੂਰੀ ਰੱਖਣੀ ਹੈ। ਠੀਕ ਹੈ, ਵਰਕਸ਼ਾਪ ਵਿੱਚ ਮੋਟਰਾਂ ਦੀ ਕੰਧਾਂ ਤੋਂ ਅੱਧੇ ਮੀਟਰ ਤੋਂ ਘੱਟੋ ਘੱਟ ਅੱਧੇ ਮੀਟਰ ਦੀ ਦੂਰੀ ਰੱਖਣੀ ਹੈ, ਜ਼ਿਆਦਾ ਹੋ ਸਕਦੀ ਹੈ, ਘੱਟ ਨਹੀਂ ਹੋਣੀ ਚਾਹੀਦੀ। ਜਿਹੜੀਆਂ ਵਰਕਸ਼ਾਪ ਜਿਹੜੀਆਂ ਮੋਟਰਾਂ ਵਾ ਉਹ ਜ਼ਮੀਨ 'ਤੇ ਨਹੀਂ ਰੱਖਣੀਆਂ, ਉਹ ਥੋੜ੍ਹਾ ਉੱਚਾ ਕਰਕੇ ਰੱਖਣੀਆਂ। ਵਰਕਸ਼ਾਪ ਜਿਹੜੀਆਂ ਮੋਟਰਾਂ ਫਰਸ਼ ਤੋਂ ਘੱਟੋ ਘੱਟ 6 ਇੰਚ ਉੱਚੀਆਂ ਹੋਣੀਆਂ ਚਾਹੀਦੀਆਂ। ਠੀਕ ਹੈ, ਇਹ ਹੈ ਮੇਨ ਪੁਆਇੰਟ ਜਦੋਂ ਆਪਾਂ ਵਰਕਸ਼ਾਪ ਸਥਾਪਿਤ ਕਰਨੀ ਹੈ, ਕਿਸੇ ਕਮਰੇ ਨੂੰ ਆਪਾਂ ਵਰਕਸ਼ਾਪ ਬਣਾਉਣਾ। ਸਭ ਤੋਂ ਪਹਿਲਾਂ ਦੁਬਾਰਾ ਦੇਖ ਲਓ, ਸਭ ਤੋਂ ਪਹਿਲਾਂ ਹਵਾਦਾਰ ਹੋਣਾ ਚਾਹੀਦਾ ਕਮਰਾ, ਉਹ ਜਿਹੜੀ ਛੱਤ ਹੈ ਆਮ ਛੱਤਾਂ ਨਾਲੋਂ ਉੱਚੀ ਹੋਣੀ ਚਾਹੀਦੀ ਹੈ। ਵਰਕਸ਼ਾਪ ਵਿੱਚ ਜਿਹੜੀ ਫਿਟਿੰਗ ਹੈ ਕੰਡਿਊਟ ਫਿਟਿੰਗ ਕਰਨੀ ਆਪਾਂ। ਠੀਕ ਹੈ, ਅਗਲਾ ਪੁਆਇੰਟ ਕੀ ਹੈ, ਜਿਹੜੀਆਂ ਮੋਟਰਾਂ ਵਾ ਕੰਡਿਊਟ ਪਾਈਪਾਂ ਸੌਕਟਾਂ ਸਾਰੀਆਂ ਅਰਥ ਹੋਣੀਆਂ ਚਾਹੀਦੀਆਂ। ਟੂਲ ਰੱਖਣ ਲਈ ਵਰਕਸ਼ਾਪ ਵਿੱਚ ਵੱਖਰੀ ਥਾਂ ਹੋਣੀ ਚਾਹੀਦੀ ਹੈ। ਠੀਕ ਹੈ, ਟੂਲ ਵਗੈਰਾ ਰੱਖਣ ਲਈ ਵਰਕਸ਼ਾਪ ਵਿੱਚ ਵੱਖਰੀ ਥਾਂ ਹੋਣੀ ਚਾਹੀਦੀ ਹੈ। ਵਰਕਸ਼ਾਪ ਵਿੱਚ ਜਿਹੜੀਆਂ ਮੋਟਰਾਂ ਵਾ ਕੰਧਾਂ ਨਾਲੋਂ ਅੱਧੇ ਮੀਟਰ ਤੋਂ ਨੇੜੇ ਨਹੀਂ ਹੋਣੀ ਚਾਹੀਦੀਆਂ, ਮਤਲਬ ਅੱਧੇ ਮੀਟਰ ਤੋਂ ਦੂਰ ਹੋ ਸਕਦੀਆਂ, ਨੇੜੇ ਨਹੀਂ ਫਿੱਟ ਕਰਨੀਆਂ। ਵਰਕਸ਼ਾਪ ਵਿੱਚ ਜਿਹੜੀਆਂ ਮੋਟਰਾਂ ਵਾ ਫਰਸ਼ ਤੋਂ ਘੱਟੋ ਘੱਟ 6 ਇੰਚ ਉੱਚੀਆਂ ਹੋਣੀਆਂ ਚਾਹੀਦੀਆਂ। ਠੀਕ ਹੈ, ਨੈਕਸਟ ਹੈ ਬਿਜਲੀ ਦਾ ਕੰਮ ਕਰਦੇ ਵਕਤ ਵਰਤੀਆਂ ਜਾਣ ਵਾਲੀ ਸਾਵਧਾਨੀਆਂ। ਇਹ ਮੇਨ ਆਪਣਾ ਟੋਪਿਕ। ਜਦੋਂ ਆਪਾਂ ਬਿਜਲੀ ਦਾ ਕੰਮ ਕਰਦੇ ਹਾਂ ਤਾਂ ਆਪਾਂ ਨੂੰ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ। ਠੀਕ ਹੈ, ਮੰਨ ਲਓ ਕੋਈ ਇਲੈਕਟ੍ਰੀਸ਼ੀਅਨ ਉਹ, ਜੇ ਤੁਸੀਂ ਬਿਜਲੀ ਦਾ ਕੰਮ ਕਰ ਰਹੇ ਹੋ ਉਹਦੇ ਲਈ ਕੀ ਸਾਵਧਾਨੀਆਂ ਆਪਾਂ ਨੂੰ ਰੱਖਣੀ ਚਾਹੀਦੀਆਂ। ਠੀਕ ਹੈ, ਪਹਿਲਾ ਪੁਆਇੰਟ ਇਹਦੇ 'ਚ ਕੀ ਹੈ, ਕਿਸੇ ਵੀ ਨੰਗੀ ਤਾਰ ਨੂੰ ਚੈੱਕ ਕਰਨ ਤੋਂ ਬਾਅਦ ਹੀ ਹੱਥ ਲਾਉਣਾ ਚਾਹੀਦਾ। ਕਿ ਕੋਈ ਵੀ ਨੰਗੀ ਤਾਰ ਹੈ ਉਹਨੂੰ ਚੈੱਕ ਕਰਨ ਤੋਂ ਬਾਅਦ ਹੀ ਹੱਥ ਲਾਉਣਾ ਚਾਹੀਦਾ ਹੈ। ਠੀਕ ਹੈ, ਕਹਿੰਦਾ ਮਤਲਬ ਉਹਨੂੰ ਪਹਿਲਾਂ ਟੈਸਟ ਲੈਂਪ ਨਾਲ ਜਾਂ ਟੈਸਟਰ ਨਾਲ ਚੈੱਕ ਕਰਾਂਗੇ ਵਿੱਚ ਕਰੰਟ ਤਾਂ ਨਹੀਂ ਜਾ ਰਿਹਾ, ਉਸ ਤੋਂ ਬਾਅਦ ਹੀ ਉਹਨੂੰ ਹੱਥ ਲਾਵਾਂਗੇ। ਠੀਕ ਹੈ, ਹੁਣ ਜੇ ਮੰਨ ਲਓ ਤੁਹਾਡੇ ਘਰ ਦੇ ਵਿੱਚ ਜਾਂ ਕਿਤੇ ਫੈਕਟਰੀ ਵਿੱਚ ਫਿਊਜ਼ ਉੱਡ ਜਾਂਦਾ, ਫਿਊਜ਼ ਬਦਲਣ ਤੋਂ ਪਹਿਲਾਂ ਆਪਾਂ ਨੂੰ ਕੀ ਹੈ, ਮੇਨ ਸਵਿੱਚ ਬੰਦ ਕਰ ਦੇਣੀ ਚਾਹੀਦੀ ਹੈ। ਮੇਨ ਸਵਿੱਚ ਔਨ ਦੇ ਵਿੱਚ ਕਦੇ ਵੀ ਫਿਊਜ਼ ਨਹੀਂ ਲਗਾਉਣਾ ਚਾਹੀਦਾ, ਇਹਦੇ ਨਾਲ ਆਪਾਂ ਨੂੰ ਬਿਜਲੀ ਝਟਕਾ ਲੱਗ ਸਕਦਾ। ਠੀਕ ਹੈ, ਫਿਊਜ਼ ਨੂੰ ਬਦਲਣ ਤੋਂ ਪਹਿਲਾਂ ਕੀ ਕਰਾਂਗੇ, ਆਪਾਂ ਮੇਨ ਸਵਿੱਚ ਬੰਦ ਕਰ ਦਾਂਗੇ। ਅਗਲਾ ਪੁਆਇੰਟ ਇਹ ਹੈ ਕਿ ਬਿਜਲੀ ਦੇ ਹਰ ਇੱਕ ਉਪਕਰਨ ਨੂੰ ਅਰਥ ਕਰਨਾ ਜ਼ਰੂਰੀ ਹੈ। ਤੁਹਾਨੂੰ ਪਤਾ ਹੀ ਹੋਊਗਾ ਵੀ ਜਿਹੜਾ ਵੀ ਉਪਕਰਨ ਹੈ ਉਹਨੂੰ ਆਪਾਂ ਅਰਥ ਕਰਨਾ। ਕੋਈ ਚੀਜ਼ ਹੈ, ਪ੍ਰੈਸ ਹੈ, ਕੋਈ ਜਨਰੇਟਰ ਹੈ, ਕੋਈ ਟਰਾਂਸਫਾਰਮਰ ਹੈ, ਉਸ ਨੂੰ ਅਰਥ ਹੋਣਾ ਜ਼ਰੂਰੀ ਹੈ, ਅਰਥਿੰਗ ਕਰਨੀ ਜ਼ਰੂਰੀ ਹੈ। ਅਰਥਿੰਗ ਦਾ ਤੁਹਾਨੂੰ ਇੱਕ ਪੂਰਾ ਚੈਪਟਰ ਆਊਗਾ ਜਿਹਦੇ 'ਚ ਤੁਹਾਨੂੰ ਇਹ ਆਊਗਾ ਵੀ ਅਰਥਿੰਗ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਪਲੇਟ ਅਰਥਿੰਗ, ਪਾਈਪ ਅਰਥਿੰਗ ਕਿਵੇਂ ਕਰਦੇ ਆ ਸਾਰਾ। ਹੁਣ ਤੁਸੀਂ ਇੰਨਾ ਯਾਦ ਰੱਖੋ ਨਾ ਵੀ ਅਰਥਿੰਗ ਜਿਹੜੀ ਕਰਦੇ ਆ ਉਹ ਜ਼ਰੂਰੀ ਹੈ ਆਪਾਂ ਨੂੰ। ਠੀਕ ਹੈ, ਜਿਹੜੇ ਬਿਜਲੀ ਦਾ ਕੰਮ ਕਰਦੇ ਸਮੇਂ ਜਿਹੜੇ ਆਪਾਂ ਔਜ਼ਾਰ ਵਰਤਨੇ ਆ, ਜਿਵੇਂ ਮੰਨ ਲਓ ਪਲਾਸ ਹੈ, ਉਹਦੇ ਪਿੱਛੇ ਦੇਖਿਆ ਹੋਊਗਾ ਨਾ ਤੁਸੀਂ, ਇੱਕ ਉਹ ਮਤਲਬ ਕੈਪ ਚੜ੍ਹਿਆ ਹੁੰਦਾ, ਕਹਿੰਦਾ ਮਤਲਬ ਉਹਦੇ 'ਤੇ ਰਬੜ ਚੜ੍ਹੀ ਹੁੰਦੀ ਹੈ, ਉਹ ਇਨਸੂਲੇਸ਼ਨ ਹੁੰਦੀ ਹੈ। ਕਹਿੰਦਾ ਮਤਲਬ ਜੇ ਨਹੀਂ ਚੜ੍ਹੀ ਹੋਊਗਾ ਤਾਂ ਤੁਹਾਨੂੰ ਕੰਮ ਕਰਦੇ ਵਕਤ ਕਈ ਵਾਰੀ ਕਰੰਟ ਲੱਗ ਸਕਦਾ। ਜੇ ਉਹ ਚੜ੍ਹਿਆ ਹੋਊਗਾ ਅਤੇ ਪਲਾਸ ਵਰਤੇ, ਕਹਿੰਦਾ ਮਤਲਬ ਜਿਹੜੇ ਸਾਰੇ ਔਜ਼ਾਰ ਹੈ ਉਹ ਇਨਸੂਲੇਟਡ ਹੋਣੇ ਚਾਹੀਦੇ ਹੈ। ਮਤਲਬ ਜਿਹੜੀ ਜਗ੍ਹਾ 'ਤੇ ਤੁਸੀਂ ਉਹਨੂੰ ਪਕੜਨਾ ਉੱਥੇ ਇਨਸੂਲੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਕਰੰਟ ਨਾ ਲੱਗੇ। ਠੀਕ ਹੈ, ਹੋਰ ਕੀ ਹੈ, ਜੇ ਬਾਏ ਚਾਂਸ ਕਦੇ ਬਿਜਲੀ ਦੀ ਅੱਗ ਲੱਗ ਜਾਂਦੀ, ਬਿਜਲੀ ਕਰਕੇ ਕੋਈ ਸ਼ਾਰਟ ਸਰਕਟ ਕਰਕੇ ਅੱਗ ਲੱਗ ਜਾਂਦੀ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ, ਉਹਨੂੰ ਮੇਨ ਸਵਿੱਚ ਬੰਦ ਕਰ ਦਿਓ। ਮੇਨ ਸਵਿੱਚ, ਠੀਕ ਹੈ, ਮੇਨ ਸਵਿੱਚ ਬੰਦ ਕਰ ਦੇਣਾ ਚਾਹੀਦਾ। ਹੁਣ ਜਿਵੇਂ ਆਪਾਂ ਮੰਨ ਲਓ ਕੰਮ ਕਰ ਰਹੇ ਹਾਂ ਕੋਈ, ਜਿਵੇਂ ਤੁਸੀਂ ਕੰਮ ਕਰ ਰਹੇ ਕੋਈ, ਠੀਕ ਹੈ, ਕੰਮ ਕਰਕੇ ਆਪਾਂ ਹਟ ਗਏ, ਆਪਾਂ ਰਿਪੇਅਰ ਕਰ ਲਈ, ਤੁਸੀਂ ਦੋ ਜਣੇ ਕੰਮ ਕਰਦੇ, ਮੰਨ ਲਓ ਇੱਕ ਜਣਾ ਪਹਿਲਾਂ ਹੀ ਉੱਥੇ ਹੀ ਖੜ੍ਹਾ ਹੋਇਆ, ਤੁਸੀਂ ਇੱਕ ਜਣੇ ਸਵਿੱਚ ਔਨ ਕਰਤੀ, ਪਰ ਦੂਸਰਾ ਜਣਾ ਉੱਥੇ ਕੰਮ ਆਲਰੇਡੀ ਕਰ ਰਿਹਾ ਵਾ, ਤਾਂ ਉਹਨੂੰ ਕਰੰਟ ਲੱਗੇਗਾ, ਉਹਨੂੰ ਬਿਜਲੀ ਦਾ ਝਟਕਾ ਲੱਗੇਗਾ। ਇਸ ਕਰਕੇ ਆਪਾਂ ਨੂੰ ਪਹਿਲਾਂ ਦੇਖ ਲੈਣਾ ਚਾਹੀਦਾ ਵੀ ਕੋਈ ਬੰਦਾ ਮੇਨ ਸਵਿੱਚ ਨੂੰ ਔਨ ਕਰਨ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਕਿ ਉਸ ਸਰਕਟ 'ਤੇ ਕੰਮ ਤਾਂ ਨਹੀਂ ਕਰ ਰਿਹਾ। ਠੀਕ ਹੈ, ਮਤਲਬ ਤੁਸੀਂ ਕੰਮ ਕਰ ਰਹੇ ਸੀ, ਉਹ ਤੁਸੀਂ ਸਾਰੇ ਜਾਣੇ ਉੱਥੋਂ ਆ ਗਏ ਹੈ। ਠੀਕ ਹੈ, ਕਹਿੰਦਾ ਮਤਲਬ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਕਿ ਉੱਥੇ ਕੋਈ ਬੰਦਾ ਹੁਣ ਕੰਮ ਤਾਂ ਨਹੀਂ ਕਰ ਰਿਹਾ ਮੇਨ ਸਵਿੱਚ ਨੂੰ ਔਨ ਕਰਨ ਤੋਂ ਪਹਿਲਾਂ। ਠੀਕ ਹੈ, ਨੈਕਸਟ ਪੁਆਇੰਟ ਕੀ ਹੈ, ਕਦੇ ਵੀ ਜਿਹੜਾ ਫਿਊਜ਼ ਹੈ ਉਹ ਵੱਧ ਮਾਤਰਾ ਦਾ ਨਹੀਂ ਲਗਾਉਣਾ ਚਾਹੀਦਾ। ਕਦੇ ਵੀ ਜਿਹੜਾ ਫਿਊਜ਼ ਹੈ ਉਹ ਲੋੜੀਂਦੀ ਸਮਰੱਥਾ ਤੋਂ ਵੱਧ ਨਹੀਂ ਲਗਾਉਣਾ ਚਾਹੀਦਾ। ਇਹ ਵੀ ਤੁਹਾਨੂੰ ਡਿਟੇਲ 'ਚ ਆਊਗਾ ਵੀ ਫਿਊਜ਼ ਆਪਾਂ ਕਿਸ ਹਿਸਾਬ ਨਾਲ ਡਿਸਾਈਡ ਕਰਦੇ ਹਾਂ, ਕਿਹੜੀ ਤਾਰ ਵਰਤਦੇ ਹਾਂ, ਕੀ ਹੈ। ਇਹਦੇ 'ਚ ਕੀ ਹੁੰਦਾ, ਅਪਰੋਕਸੀਮੇਟਲੀ ਹੁੰਦਾ ਵੀ 1.5 ਟਾਈਮ ਜਿੰਨਾ ਉਹਦਾ ਕਰੰਟ ਮੈਕਸਿਮਮ ਕਰੰਟ ਹੋਵੇ। ਜਿਵੇਂ ਮੰਨ ਲਓ ਪ੍ਰੈਸ ਹੈ, ਉਹ ਵੱਧ ਤੋਂ ਵੱਧ ਕਰੰਟ ਮੰਨ ਲਓ 4-5 ਐਂਪੀਅਰ ਲਊਗੀ, ਤਾਂ ਮਤਲਬ 7.5-8 ਐਂਪੀਅਰ ਤੋਂ ਵੱਧ ਆਪਾਂ ਨੂੰ ਫਿਊਜ਼ ਨਹੀਂ ਲਗਾਉਣਾ ਚਾਹੀਦਾ। ਕਹਿੰਦਾ ਮਤਲਬ ਇਹ ਹੈ ਕੋਈ 10 ਐਂਪੀਅਰ ਹੈ ਤਾਂ ਆਪਾਂ ਨੂੰ 16 ਐਂਪੀਅਰ ਤੋਂ ਵੱਧ ਨਹੀਂ ਫਿਊਜ਼ ਲਗਾਉਣਾ ਚਾਹੀਦਾ। ਇਸ ਤਰੀਕੇ ਨਾਲ ਫਿਊਜ਼ ਲੱਗਦੇ, ਪਰ 1.5 ਟਾਈਮ ਜਿਹੜਾ ਮੈਕਸਿਮਮ ਕਰੰਟ ਹੈ ਉਸ ਤੋਂ ਵੱਧ ਨਹੀਂ ਫਿਊਜ਼ ਲਗਾਉਣਾ ਚਾਹੀਦਾ। ਠੀਕ ਹੈ, ਅੱਗੇ ਹੈ ਫੇਜ਼ ਤਾਰ। ਜਿਹੜੀ ਫੇਜ਼ ਦੀ ਤਾਰ ਆ ਉਹਨੂੰ ਹਮੇਸ਼ਾ ਸਵਿੱਚ ਤੋਂ ਹੀ ਕੰਟਰੋਲ ਕਰਨਾ ਚਾਹੀਦਾ, ਨਿਊਟਰਲ ਨੂੰ ਨਹੀਂ ਕੰਟਰੋਲ ਕਰਨਾ ਚਾਹੀਦਾ, ਫੇਜ਼ ਤਾਰ ਨੂੰ ਕਰਨਾ ਚਾਹੀਦਾ। ਜਿਹੜੀ ਸਵਿੱਚ ਦੀ ਵਾਇਰਿੰਗ ਆ ਉਹ ਫੇਜ਼ ਤਾਰ ਨੂੰ ਹਮੇਸ਼ਾ ਸਵਿੱਚ ਤੋਂ ਕੰਟਰੋਲ ਕਰਨਾ ਚਾਹੀਦਾ।
ठीक है। फेस तार ਨੂੰ ਹਮੇਸ਼ਾ ਸਵਿਚ ਤੋਂ ਕੰਟਰੋਲ ਕਰਨਾ ਚਾਹੀਦਾ। ਠੀਕ ਹੈ। ਇਸ ਤੋਂ ਤੁਹਾਨੂੰ ਪਤਾ ਦੋ ਤਰ੍ਹਾਂ ਦੀ ਸਪਲਾਈ ਹੁੰਦੀ, ਏਸੀ ਤੇ ਡੀਸੀ। ਹੁਣ ਜਿਹੜੀ ਡੀਸੀ ਸਪਲਾਈ ਉਹ ਜ਼ਿਆਦਾ ਖਤਰਨਾਕ ਹੁੰਦੀ ਹੈ, ਉਹਦੇ ਲਈ ਜ਼ਿਆਦਾ ਜ਼ੋਰ ਨਾਲ ਝਟਕਾ ਲੱਗਦਾ। ਇਸ ਕਰਕੇ ਜਿਵੇਂ ਵੈਲਡਿੰਗ ਸੈੱਟ ਹੈ, ਡੀਸੀ ਸਪਲਾਈ 'ਤੇ ਕੰਮ ਕਰਦਾ ਵੈਲਡਿੰਗ ਸੈੱਟ, ਉਸ ਦੇ ਉੱਤੇ ਬੜੇ ਧਿਆਨ ਨਾਲ ਆਪਾਂ ਨੂੰ ਕੰਮ ਕਰਨਾ ਚਾਹੀਦਾ। ਠੀਕ ਹੈ। ਨੈਕਸਟ ਹੈ ਬੈਟਰੀ ਚਾਰਜਿੰਗ ਦਾ ਕੰਮ ਕਰਦੇ ਸਮੇਂ, ਮਤਲਬ ਬੈਟਰੀ ਚਾਰਜਿੰਗ ਜਿਹੜਾ ਕੰਮ ਹੈ ਉਹ ਹਵਾਦਾਰ ਕਮਰੇ 'ਚ ਕਰਨਾ ਚਾਹੀਦਾ। ਠੀਕ ਹੈ। ਇਹ ਸੀਗੀਆਂ ਸਾਰੀਆਂ ਸਾਵਧਾਨੀਆਂ ਆਪਾਂ ਨੂੰ ਬਿਜਲੀ ਦਾ ਕੰਮ ਕਰਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ। ਨੈਕਸਟ ਟੋਪਿਕ ਹੈ ਅੱਗ ਬੁਝਾਊ ਯੰਤਰ। ਠੀਕ ਹੈ। ਅੱਗ ਬੁਝਾਊ ਯੰਤਰ ਕਿਸ ਨੂੰ ਕਹਿੰਦੇ ਹਨ ਅਤੇ ਅੱਗ ਬੁਝਾਊ ਯੰਤਰ ਕਿੰਨੇ ਪ੍ਰਕਾਰ ਦੇ ਹੁੰਦੇ ਨੇ, ਇਹ 'ਚ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਕਿ ਅੱਗ ਕਿਹਨੂੰ ਕਹਿੰਦੇ ਹੈ। ਠੀਕ ਹੈ। ਕਿਸੇ ਵੀ ਪਦਾਰਥ ਦੇ ਜਲਣ 'ਤੇ ਜਿਹੜੀ ਉਸ ਵਿੱਚੋਂ ਰੋਸ਼ਨੀ ਅਤੇ ਗਰਮੀ ਨਿਕਲਦੀ ਉਹਨੂੰ ਆਪਾਂ ਅੱਗ ਕਹਿ ਦਿੰਦੇ। ਕੋਈ ਪਦਾਰਥ ਜਲਾਉਂਦੇ ਹਾਂ ਨਾ ਆਪਾਂ ਉਹਦੇ ਵਿੱਚੋਂ, ਕੋਈ ਮੰਨ ਲਓ ਆਪਾਂ ਕੋਈ ਪਦਾਰਥ ਲੱਕੜ ਜਗਾਉਂਦੇ ਹਾਂ, ਲੱਕੜ ਜਲਾਉਂਦੇ ਹਾਂ ਉਹਨੂੰ ਅੱਗ। ਠੀਕ ਹੈ। ਉਹਦੇ 'ਚ ਰੋਸ਼ਨੀ ਨਿਕਲਦੀ ਅਤੇ ਗਰਮੀ ਪੈਦਾ ਹੁੰਦੀ, ਉਹਨੂੰ ਆਪਾਂ ਅੱਗ ਕਹਿ ਦਿੰਦੇ ਹਾਂ। ਜਿਹੜੀ ਅੱਗ ਆ ਉਹ ਤਿੰਨ ਚੀਜ਼ਾਂ ਨਾਲ ਬਣਦੀ ਹੈ। ਕਿਹਦੇ ਨਾਲ ਬਣਦੀ ਹੈ? ਇੱਕ ਆਕਸੀਜਨ ਨਾਲ, ਇੱਕ ਬਾਲਣ ਨਾਲ ਅਤੇ ਗਰਮੀ ਨਾਲ। ਇਹਨੂੰ ਧਿਆਨ ਨਾਲ ਸਮਝ ਲਿਓ। ਜਿਹੜੀ ਅੱਗ ਹੈ ਉਹ ਕਿਹਦੇ ਨਾਲ ਬਣਦੀ ਹੈ? ਆਕਸੀਜਨ, ਬਾਲਣ ਅਤੇ ਗਰਮੀ। ਠੀਕ ਹੈ। ਅੱਗ ਕਿਹਦੇ ਨਾਲ ਬਣਦੀ ਹੈ? ਆਕਸੀਜਨ ਪਲੱਸ ਬਾਲਣ ਪਲੱਸ ਗਰਮੀ। ਆਕਸੀਜਨ, ਜੇ ਆਪਾਂ ਨੂੰ ਮੰਨ ਲਓ ਤੁਸੀਂ ਦੇਖੋਗੇ ਕੋਈ ਬੰਦ ਜਗ੍ਹਾ ਦੇ ਉੱਤੇ, ਬਿਲਕੁਲ ਬੰਦ ਕਮਰਾ, ਉੱਥੇ ਹਵਾ ਨਹੀਂ ਆ ਰਹੀ, ਤਾਂ ਉੱਥੇ ਕਿਸੇ ਚੀਜ਼ ਨੂੰ ਆਪਾਂ ਜਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ, ਨਹੀਂ ਲੱਗਦੀ ਕਿਉਂਕਿ ਉੱਥੇ ਆਕਸੀਜਨ ਨਹੀਂ ਹੁੰਦੀ। ਇੱਦਾਂ ਹੀ ਅੱਗ ਲਗਾਉਣ ਲਈ ਆਪਾਂ ਨੂੰ ਬਾਲਣ ਵੀ ਚਾਹੀਦਾ, ਲੱਕੜ ਚਾਹੀਦੀ ਹੈ ਜਾਂ ਤੇਲ ਚਾਹੀਦਾ। ਠੀਕ ਹੈ। ਪਲੱਸ ਸਟਾਰਟਿੰਗ ਲਈ ਆਪਾਂ ਨੂੰ ਇੱਕ ਤਿੱਲੀ, ਮਾਚਿਸ ਤਿੱਲੀ ਲਗਾਉਂਦੇ ਹਾਂ, ਉਹਨੂੰ ਆਪਾਂ ਗਰਮੀ ਕਹਿ ਦਿੰਦੇ। ਠੀਕ ਹੈ। ਅੱਗ ਲਗਾਉਣ ਦੇ ਲਈ ਆਪਾਂ ਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਹੁਣ ਜੇਕਰ ਇਹਨਾਂ ਤਿੰਨਾਂ ਵਿੱਚੋਂ ਆਪਾਂ ਇੱਕ ਚੀਜ਼ ਵੀ ਆਪਾਂ ਮਾਈਨਸ ਕਰ ਦਈਏ, ਇੱਕ ਚੀਜ਼ ਵੀ ਆਪਾਂ ਬਾਹਰ ਕੱਢ ਦਈਏ, ਤਾਂ ਕੀ ਹੋਊਗਾ? ਅੱਗ ਬੁੱਝ ਜੂਗੀ। ਠੀਕ ਹੈ। ਅੱਗ ਬਣਦੀ ਕਿਹਦੇ ਨਾਲ? ਆਕਸੀਜਨ, ਬਾਲਣ ਅਤੇ ਗਰਮੀ ਨਾਲ। ਹੁਣ ਜੇ ਇਹਨਾਂ ਦੇ ਵਿੱਚੋਂ ਇੱਕ ਚੀਜ਼ ਵੀ ਆਪਾਂ ਬਾਹਰ ਕੱਢ ਦਿੰਦੇ ਹਾਂ ਤਾਂ ਅੱਗ ਕੀ ਹੁੰਦਾ? ਆਪਣੀ ਬੁੱਝ ਜਾਂਦੀ ਹੈ। ਅੱਗ ਕੀ ਹੁੰਦਾ? ਬੁੱਝ ਜਾਂਦੀ ਹੈ। ਇਸੇ ਸਿਧਾਂਤ ਦੇ ਉੱਤੇ ਕੀ ਆਪਣੇ ਅੱਗ ਬੁਝਾਊ ਯੰਤਰ ਕੰਮ ਕਰਦੇ ਆ। ਅੱਗ ਬੁਝਾਊ ਯੰਤਰ ਜਿਹੜੇ ਹੈਗੇ ਉਹ ਚਾਰ ਪ੍ਰਕਾਰ ਦੇ ਹੁੰਦੇ ਆ। ਪਹਿਲਾ ਹੈਗਾ ਸੋਡਾ ਐਸਿਡ ਯੰਤਰ। ਠੀਕ ਹੈ। ਪਹਿਲਾ ਕਿਹੜਾ ਵਾ? ਸੋਡਾ ਐਸਿਡ ਯੰਤਰ। ਸੋਡਾ ਐਸਿਡ ਜਿਹੜਾ ਯੰਤਰ ਹੈ ਇਹਦੇ ਵਿੱਚ ਕੀ ਹੁੰਦਾ ਵਾ? ਜਿਵੇਂ ਤੁਹਾਨੂੰ ਮੈਂ ਇੱਕ ਪਿਕਚਰ ਨੈੱਟ ਤੋਂ ਡਾਊਨਲੋਡ ਕਰਕੇ ਤੁਹਾਨੂੰ ਦਿਖਾਈ ਹੈ, ਇਸ ਤਰ੍ਹਾਂ ਦੇ ਆਪਣੇ ਬਣੇ ਹੁੰਦੇ ਆ ਅੱਗ ਬੁਝਾਊ ਯੰਤਰ। ਇਹ ਅੱਗ ਸੋਡਾ ਐਸਿਡ ਯੰਤਰ ਉਹ ਵੀ ਸ਼ੇਪ ਇਸ ਤਰ੍ਹਾਂ ਹੀ ਹੁੰਦੀ ਤਕਰੀਬਨ। ਠੀਕ ਹੈ। ਇਸ ਤਰ੍ਹਾਂ ਹੀ ਝੱਗ ਵਾਲਾ ਯੰਤਰ, ਇਹਦੇ ਵਿੱਚ ਇਸ ਤਰ੍ਹਾਂ ਦੇ ਬਣੇ, ਤੁਸੀਂ ਦੇਖੇ ਹੋਣਗੇ ਆਮ ਫੈਕਟਰੀਆਂ ਦੇ ਵਿੱਚ ਅੱਜ ਕੱਲ੍ਹ ਤਾਂ ਵੱਡੇ ਵੱਡੇ ਸ਼ੋਰੂਮਾਂ 'ਚ ਵੀ ਲੱਗੇ ਹੁੰਦੇ ਆ। ਠੀਕ ਹੈ। ਸੋਡਾ ਐਸਿਡ ਯੰਤਰ ਹੈ, ਇਹਦੇ ਵਿੱਚ ਕੀ ਹੈ? ਇਹ 'ਚ ਸੋਡਾ ਅਤੇ ਪਾਣੀ ਦਾ ਨਿਸ਼ਾਨ ਲੱਗਿਆ ਹੁੰਦਾ। ਇਹ ਇੱਕ ਸਿਲੰਡਰੀਕਲ ਯੰਤਰ ਹੈ, ਇਹਦੇ ਵਿੱਚ ਨਿਸ਼ਾਨ ਲੱਗਿਆ ਹੁੰਦਾ ਸੋਡਾ ਅਤੇ ਪਾਣੀ ਦਾ ਨਿਸ਼ਾਨ, ਮਤਲਬ ਉੱਥੋਂ ਤੱਕ ਇਹ ਭਰਿਆ ਜਾਂਦਾ। ਇਹਦੇ ਵਿੱਚ ਕੀ ਇਹਦੇ ਵਿੱਚ ਇੱਕ ਛੋਟੀ ਫਲਾਸਕ ਹੁੰਦੀ ਹੈ, ਛੋਟੀ ਜਿਹੀ ਇੱਕ ਹੋਰ ਫਲਾਸਕ ਹੁੰਦੀ ਹੈ। ਇਹ ਮੇਨ ਯੰਤਰ ਹੈ, ਇਹਦੇ ਵਿੱਚ ਇੱਕ ਫਲਾਸਕ ਹੁੰਦੀ ਹੈ, ਉਹਦੇ ਵਿੱਚ ਕੀ ਹੁੰਦਾ ਵਾ? ਗੰਧਕ ਦਾ ਤੇਜ਼ਾਬ। ਠੀਕ ਹੈ। ਸਲਫਿਊਰਿਕ ਐਸਿਡ ਜਿਹਨੂੰ ਆਪਾਂ ਗੰਧਕ ਦਾ ਤੇਜ਼ਾਬ ਕਹਿੰਦੇ ਹਾਂ, ਉਹ ਭਰਿਆ ਹੁੰਦਾ ਵਾ। ਠੀਕ ਹੈ। ਠੀਕ ਹੈ। ਮੇਨ ਦੇ ਵਿੱਚ ਕੀ ਹੁੰਦਾ ਵਾ? ਸੋਡਾ ਅਤੇ ਪਾਣੀ ਦਾ ਨਿਸ਼ਾਨ ਹੁੰਦਾ, ਲੱਗਿਆ ਹੁੰਦਾ ਵਾ ਮੇਨ ਯੰਤਰ ਦੇ ਵਿੱਚ। ਸੋਡਾ ਅਤੇ ਪਾਣੀ ਭਰੇ ਹੁੰਦੇ ਆ। ਉਹਦੇ ਵਿੱਚ ਇੱਕ ਛੋਟੀ ਫਲਾਸਕ ਰੱਖੀ ਹੁੰਦੀ ਜਿਹਦੇ ਵਿੱਚ ਕੀ ਹੁੰਦਾ? ਤੇਜ਼ਾਬ ਭਰਿਆ ਹੁੰਦਾ। ਜਿਹਦੇ ਵਿੱਚ ਕੀ ਹੁੰਦਾ? ਤੇਜ਼ਾਬ ਭਰਿਆ ਹੁੰਦਾ। ਹੁਣ ਜਦੋਂ ਆਪਾਂ ਇਹਨੂੰ ਪੁੱਠਾ ਕਰਾਂਗੇ, ਉਲਟਾ ਦਾਂਗੇ, ਜਿਵੇਂ ਇਹ ਯੰਤਰ ਸਿੱਧਾ ਖੜਾ ਹੋਇਆ, ਜਦੋਂ ਆਪਾਂ ਇਹਨੂੰ ਪੁੱਠਾ ਕਰ ਦਾਂਗੇ, ਠੀਕ ਹੈ, ਉਦੋਂ ਕੀ ਹੁੰਦਾ ਵਾ? ਜਿਹੜਾ ਤੇਜ਼ਾਬ ਹੁੰਦਾ ਇੱਕ ਘੋਲ ਨਾਲ, ਤੇਜ਼ਾਬ ਕਿਹਦੇ ਨਾਲ ਕ੍ਰਿਆ ਕਰਦਾ? ਸੋਡਾ ਅਤੇ ਪਾਣੀ ਦੇ ਨਾਲ ਕ੍ਰਿਆ ਕਰਕੇ ਕੀ ਪੈਦਾ ਕਰਦਾ? ਕਾਰਬਨ ਡਾਈਆਕਸਾਈਡ ਪੈਦਾ ਕਰਦਾ। H2SO4 ਜਿਹੜਾ ਹੁੰਦਾ ਉਹ ਪਾਣੀ ਨਾਲ ਕ੍ਰਿਆ ਕਰਕੇ ਅਤੇ ਸੋਡੇ ਨਾਲ ਕ੍ਰਿਆ ਕਰਕੇ ਕੀ ਬਣਾ ਦਿੰਦਾ ਵਾ? ਕਾਰਬਨ ਡਾਈਆਕਸਾਈਡ ਬਣਾ ਦਿੰਦਾ ਵਾ। ਠੀਕ ਹੈ। ਕੀ ਹੁੰਦਾ? ਕਾਰਬਨ ਡਾਈਆਕਸਾਈਡ ਬਣਾ ਦਿੰਦਾ। ਹੁਣ ਇਹ 'ਚ ਗੈਸ ਵੀ ਭਰੀ ਹੁੰਦੀ ਹੈ। ਗੈਸ ਭਰੀ ਹੋਣ ਕਰਕੇ ਕਿ ਇਹ ਜਿਹੜਾ ਘੋਲ ਹੈ ਇਹ ਜੋ ਟੇਢਾ ਕਰ ਦਿੰਦੇ, ਇਹਨੂੰ ਪੁੱਠਾ ਕਰ ਦਿੰਦੇ ਆ, ਅਤੇ ਜਿਹੜਾ ਘੋਲ ਹੈ ਤੇਜ਼ੀ ਨਾਲ ਬਾਹਰ ਨਿਕਲਦਾ। ਠੀਕ ਹੈ। ਕੀ ਹੁੰਦਾ? ਤੇਜ਼ੀ ਨਾਲ ਬਾਹਰ ਨਿਕਲਦਾ ਅਤੇ ਮਤਲਬ 9-10 ਮੀਟਰ ਦੀ ਦੂਰੀ ਤੱਕ ਇਹ ਅੱਗ ਬੁੱਝ ਜਾਂਦੀ ਜਿਹੜੀ ਲੱਗੀ ਹੁੰਦੀ। ਜਦੋਂ ਉੱਤੇ ਪੈਂਦਾ ਵਾ, ਜਿਹਦੇ ਉੱਤੇ ਅੱਗ ਲੱਗੀ ਵੀ ਹੈ, ਉੱਤੇ ਜਦੋਂ ਘੋਲ ਪਊਗਾ ਅਤੇ ਉਹਦੇ ਨਾਲ ਕੀ ਹੋਊਗਾ? ਅੱਗ ਬੁੱਝ ਜੂਗੀ। ਠੀਕ ਹੈ। ਇਹ ਕਿੱਥੇ ਵਰਤਦੇ ਆਪਾਂ? ਇਹ ਕੱਪੜਿਆਂ ਅਤੇ ਕਾਗਜ਼ਾਂ ਨੂੰ ਲੱਗੀ ਅੱਗ ਲਈ ਇਸ ਯੰਤਰ ਦੀ ਵਰਤੋਂ ਕੀਤੀ ਜਾਂਦੀ। ਜਿੱਥੇ ਆਪਾਂ ਕੱਪੜਿਆਂ ਨੂੰ ਲੱਗੀ ਹੋਵੇ ਅੱਗ ਜਾਂ ਕਾਗਜ਼ਾਂ ਨੂੰ ਲੱਗੀ ਹੋਵੇ ਅੱਗ, ਉੱਥੇ ਸੋਡਾ ਐਸਿਡ ਯੰਤਰ ਦੀ ਵਰਤੋਂ ਕੀਤੀ ਜਾਂਦੀ। ਦੁਬਾਰਾ ਫਿਰ ਸੁਣ ਲਓ, ਇਹ ਕੀ ਇੱਕ ਸਿਲੰਡਰੀਕਲ ਯੰਤਰ ਹੈ। ਇਹਦੇ ਵਿੱਚ ਕੀ ਸੋਡਾ ਅਤੇ ਪਾਣੀ ਦਾ ਭਰਿਆ ਹੁੰਦਾ, ਜਿਹਦੇ ਉੱਤੇ ਪ੍ਰੋਪਰ ਨਿਸ਼ਾਨ ਲੱਗੇ ਹੁੰਦੇ ਆ। ਇਹਦੇ ਵਿੱਚ ਇੱਕ ਛੋਟੀ ਫਲਾਸਕ ਹੁੰਦੀ ਜਿਹਦੇ ਵਿੱਚ ਆਪਾਂ ਸਲਫਿਊਰਿਕ ਐਸਿਡ ਪਾਉਂਦੇ, ਗੰਧਕ ਦਾ ਤੇਜ਼ਾਬ ਜਿਹਨੂੰ ਕਹਿੰਦੇ ਆ। ਠੀਕ ਹੈ। ਜਦੋਂ ਇਸ ਯੰਤਰ ਨੂੰ ਆਪਾਂ ਪੁੱਠਾ ਕਰਦੇ ਹਾਂ, ਅਤੇ ਉਹ ਕੀ ਹੁੰਦਾ? ਜਿਹੜਾ ਸਲਫਿਊਰਿਕ ਐਸਿਡ ਹੁੰਦਾ ਇਹਦੇ ਨਾਲ ਘੋਲ, ਜਿਹੜਾ ਸੋਡਾ ਅਤੇ ਪਾਣੀ ਦੇ ਘੋਲ ਨਾਲ ਕਲੀਅਰ ਕਰਕੇ ਕੀ ਬਣਾਉਂਦਾ? ਕਾਰਬਨ ਡਾਈਆਕਸਾਈਡ ਪੈਦਾ ਕਰਦਾ ਵਾ। ਠੀਕ ਹੈ। ਜਿਹੜਾ ਇਹ ਘੋਲ ਹੈ ਤੇਜ਼ੀ ਨਾਲ ਜਦੋਂ ਬਾਹਰ ਨਿਕਲਦਾ ਅਤੇ 9-10 ਮੀਟਰ ਤੱਕ ਜਿਹੜੀ ਜਿੱਥੇ ਵੀ ਅੱਗ ਲੱਗੀ ਹੁੰਦੀ ਉਹ ਬੁੱਝ ਜਾਂਦੀ ਹੈ। ਠੀਕ ਹੈ। ਇਹਦੇ ਨਾਲ ਜਿਹੜੀ ਆਪਾਂ ਅੱਗ ਹੈ ਕੱਪੜਿਆਂ ਨੂੰ ਅਤੇ ਕਾਗਜ਼ਾਂ ਨੂੰ ਲੱਗੀ ਅੱਗ ਬੁਝਾ ਸਕਦੇ ਹਾਂ। ਅੱਗੇ ਹੈ ਝੱਗ ਵਾਲਾ ਯੰਤਰ। ਠੀਕ ਹੈ। ਝੱਗ ਵਾਲਾ ਯੰਤਰ ਜਿਹੜਾ ਇਹ ਯੰਤਰ ਇਹਦੇ ਵਿੱਚ ਕੀ ਹੈ?
ਇਹ ਯੰਤਰ ਵਿੱਚ ਕੀ ਹੈ, ਪਾਣੀ ਸੋਡੀਅਮ ਬਾਈਕਾਰਬੋਨੇਟ ਪਾਇਆ ਜਾਂਦਾ ਵਾ ਕਿਹਨੂੰ, ਝੱਗ ਨੂੰ ਮਜ਼ਬੂਤ ਕਰਨ ਲਈ, ਅਤੇ ਐਲੂਮੀਨੀਅਮ ਸਲਫੇਟ ਦਾ ਪਾਊਡਰ ਹੁੰਦਾ ਵਾ। ਇਹਦੇ ਵਿੱਚ ਕੀ ਹੁੰਦਾ, ਪਾਣੀ 'ਚ ਸੋਡੀਅਮ ਬਾਈਕਾਰਬੋਨੇਟ ਝੱਗ ਨੂੰ ਮਜ਼ਬੂਤ ਕਰਨ ਲਈ ਅਤੇ ਐਲੂਮੀਨੀਅਮ ਸਲਫੇਟ ਹੁੰਦਾ ਇਹ 'ਚ, ਠੀਕ ਹੈ। ਇਹਦੇ ਵਿੱਚ ਇਹ ਯੰਤਰ 'ਚ ਇਹ ਪਾਇਆ ਜਾਂਦਾ, ਠੀਕ ਹੈ। ਇਹਦੇ ਜਦੋਂ ਸਾਰੇ ਮਿਲਦੇ ਆਪਸ 'ਚ, ਮਿਲਣ 'ਤੇ ਕੀ ਹੁੰਦਾ, ਕਾਰਬਨ ਡਾਈਆਕਸਾਈਡ ਦੀ ਝੱਗ, ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ, ਜਿਹੜੀ ਕਿ ਬੁਲਬੁਲਿਆਂ ਦੇ ਰੂਪ ਵਿੱਚ ਪੈਦਾ ਹੁੰਦੀ ਹੈ, ਠੀਕ ਹੈ। ਠੀਕ ਹੈ, ਜਦੋਂ ਇਸ ਝੱਗ ਨੂੰ ਆਪਾਂ ਜਿੱਥੇ ਅੱਗ ਲੱਗੀ ਹੋਵੇ ਉੱਥੇ ਆਪਾਂ ਪਾਈਏ, ਠੀਕ ਹੈ, ਅਤੇ ਉਹਦੇ ਨਾਲ ਕੀ ਹੁੰਦਾ, ਇਹ ਅੱਗ ਬੁੱਝ ਜਾਂਦੀ ਹੈ। ਇਹ ਜਿਹੜੀ ਹੈਗਾ ਯੰਤਰ ਕਿੱਥੇ ਵਰਤਦੇ ਆਪਾਂ, ਜਿੱਥੇ ਤੇਲ ਕਰਕੇ ਅੱਗ ਲੱਗੀ ਹੋਵੇ ਜਾਂ ਛੋਟੀਆਂ ਅੱਗਾਂ, ਜਿਹੜੀ ਛੋਟੀ ਛੋਟੀ ਅੱਗ ਲੱਗੀ ਹੋਵੇ ਉਹਨੂੰ ਬੁਝਾਉਣ ਲਈ ਆਪਾਂ ਵਰਤਦੇ ਹਾਂ ਝੱਗ ਵਾਲਾ ਯੰਤਰ, ਠੀਕ ਹੈ, ਉੱਥੇ ਵਰਤਦੇ ਹਾਂ ਆਪਾਂ। ਉਸ ਤੋਂ ਬਾਅਦ ਹੈ ਕਾਰਬਨ ਡਾਈਆਕਸਾਈਡ ਯੰਤਰ। ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਕੀ ਹੁੰਦਾ, ਜਿਹੜੀ ਕਾਰਬਨ ਡਾਈਆਕਸਾਈਡ ਹੈ ਤਰਲ ਰੂਪ ਵਿੱਚ ਭਰੀ ਹੁੰਦੀ ਹੈ, ਤਰਲ ਰੂਪ ਵਿੱਚ ਕਾਰਬਨ ਡਾਈਆਕਸਾਈਡ ਭਰੀ ਹੁੰਦੀ ਹੈ, ਠੀਕ ਹੈ। ਜਦੋਂ ਉਹਦੀ ਨੋਜ਼ਲ ਲੱਗੀ ਹੁੰਦੀ, ਇੱਕ ਨੋਜ਼ਲ ਨੂੰ ਆਪਾਂ ਛੱਡਦੇ ਹਾਂ, ਨੋਜ਼ਲ ਨੂੰ ਆਪਾਂ ਪ੍ਰੈਸ ਕਰਦੇ ਹਾਂ, ਅਤੇ ਕੀ ਹੁੰਦਾ, ਜਿਹੜੀ ਆਹ ਕਾਰਬਨ ਡਾਈਆਕਸਾਈਡ ਗੈਸ ਬਾਹਰ ਨਿਕਲ ਕੇ ਕੀ ਅੱਗ 'ਤੇ ਪੈਂਦੀ ਹੈ, ਅਤੇ ਕੀ ਅੱਗ 'ਤੇ ਫਿਰ ਕੀ ਹੈ, ਕਾਬੂ ਪਾ ਲੈਂਦੀ ਹੈ, ਅੱਗ ਬੁੱਝ ਜਾਂਦੀ, ਕਹਿਣ ਦਾ ਮਤਲਬ, ਠੀਕ ਹੈ। ਜਿਹੜਾ ਕਾਰਬਨ ਡਾਈਆਕਸਾਈਡ ਜਿਹੜਾ ਯੰਤਰ ਹੈ ਇਹ ਕਿੱਥੇ ਵਰਤਦੇ ਆਪਾਂ, ਤੇਲ ਵਾਲੀ ਅੱਗ ਅਤੇ ਬਿਜਲੀ ਵਾਲੀ ਅੱਗ ਨੂੰ ਬੁਝਾਉਣ ਲਈ ਇਹ ਯੰਤਰ ਵਰਤਿਆ ਜਾਂਦਾ। ਤੇਲ ਵਾਲੀ ਅੱਗ ਅਤੇ ਬਿਜਲੀ ਦੀ ਅੱਗ ਨੂੰ ਬੁਝਾਉਣ ਲਈ ਕਾਰਬਨ ਡਾਈਆਕਸਾਈਡ ਯੰਤਰ ਵਰਤਿਆ ਜਾਂਦਾ। ਨੈਕਸਟ ਹੈਗਾ CTC ਯੰਤਰ। CTC ਯੰਤਰ ਵਿੱਚ ਕੀ ਹੁੰਦਾ, ਕਾਰਬਨ ਟੈਟਰਾਕਲੋਰਾਈਡ। ਇਹਦਾ CTC ਦਾ ਕੀ ਨਾਮ ਹੈ, ਕਾਰਬਨ ਟੈਟਰਾਕਲੋਰਾਈਡ। ਇਹਦੇ ਵਿੱਚ ਕੀ ਹੈ, ਕਾਰਬਨ ਟੈਟਰਾਕਲੋਰਾਈਡ ਜਿਹੜੀ ਗੈਸ ਹੈਗੀ ਉਹ ਤਰਲ ਰੂਪ ਵਿੱਚ ਭਰੀ ਜਾਂਦੀ ਹੈ। CTC ਕਾਰਬਨ ਟੈਟਰਾਕਲੋਰਾਈਡ ਤਰਲ ਰੂਪ ਵਿੱਚ ਭਰੀ ਜਾਂਦੀ ਹੈ ਇਸ ਯੰਤਰ ਵਿੱਚ, ਠੀਕ ਹੈ। ਜਦੋਂ ਇਹਨੂੰ ਆਪਾਂ ਤੋੜਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਵੇ, ਹਵਾ ਨਾਲ ਭਾਰੀ ਹੋਣ ਕਰਕੇ ਜਿਹੜੀ ਇਹ ਗੈਸ ਹੈ ਅੱਗ ਉੱਪਰ ਬੈਠ ਜਾਂਦੀ ਹੈ, ਠੀਕ ਹੈ। ਜਦੋਂ ਇਸ ਨੂੰ ਤੋੜਦੇ ਹਾਂ ਆਪਾਂ, ਉਹਦੇ ਨਾਲ ਕੀ ਹੁੰਦਾ, ਹਵਾ ਨਾਲ ਭਾਰੀ ਹੋਣ ਕਰਕੇ ਕੀ ਇਹ ਅੱਗ ਉੱਪਰ ਬੈਠ ਜਾਂਦੀ ਹੈ। ਇਹਨੂੰ ਆਪਾਂ ਕਿੱਥੇ ਵਰਤਦੇ ਹਾਂ, ਬਿਜਲੀ ਦੀ ਅੱਗ ਬੁਝਾਉਣ ਲਈ ਵਰਤਿਆ ਜਾਂਦਾ। ਇਸ ਨੂੰ ਕਿਹਦੇ ਲਈ ਵਰਤਿਆ ਜਾਂਦਾ, ਬਿਜਲੀ ਦੀ ਅੱਗ ਬੁਝਾਉਣ ਲਈ ਵਰਤਿਆ ਜਾਂਦਾ, ਠੀਕ ਹੈ। ਦੁਬਾਰਾ ਫਿਰ ਥੋੜ੍ਹਾ ਜਿਹਾ ਦੇਖ ਲਓ, ਅੱਗ ਬੁਝਾਊ ਯੰਤਰ ਕਿਹਨੂੰ ਕਹਿੰਦੇ ਆ, ਅੱਗ ਪਹਿਲਾਂ ਕਿਹਨੂੰ ਕਹਿੰਦੇ, ਅੱਗ ਆਕਸੀਜਨ ਬਾਲਣ ਅਤੇ ਗਰਮੀ ਕਰਕੇ ਬਣਦੀ ਹੈ। ਜਦੋਂ ਇਹਨਾਂ ਵਿੱਚੋਂ ਕਿਸੇ ਵੀ ਚੀਜ਼ ਨੂੰ ਆਪਾਂ ਇੱਕ ਚੀਜ਼ ਨੂੰ ਬਾਹਰ ਕੱਢ ਦਈਏ ਤਾਂ ਅੱਗ ਬੁੱਝ ਜੂਗੀ, ਠੀਕ ਹੈ। ਅੱਗ ਬੁਝਾਊ ਯੰਤਰ ਕਿਹੜੇ, 4 ਪ੍ਰਕਾਰ ਦੇ ਹੁੰਦੇ। ਸੋਡਾ ਐਸਿਡ ਯੰਤਰ ਤੁਹਾਨੂੰ ਦੱਸਿਆ ਜੀ, ਝੱਗ ਵਾਲਾ ਯੰਤਰ ਦੂਸਰਾ ਹੈ, ਤੀਸਰਾ ਕਾਰਬਨ ਡਾਈਆਕਸਾਈਡ, ਚੌਥਾ ਹੈ CTC ਯੰਤਰ, ਠੀਕ ਹੈ। ਅੱਗੇ ਹੈ ਬਿਜਲੀ ਦੀ ਅੱਗ ਲੱਗਣ ਦੇ ਕੀ ਕਾਰਨ ਅਤੇ ਸਾਵਧਾਨੀਆਂ ਕੀ ਹੈ, ਠੀਕ ਹੈ। ਬਿਜਲੀ ਦੀ ਅੱਗ ਲੱਗਣ ਦੇ ਕੀ ਕਾਰਨ ਹੁੰਦੇ ਅਤੇ ਆਪਾਂ ਇਹਨੂੰ ਕੀ ਸਾਵਧਾਨੀਆਂ ਵਰਤਾਂਗੇ ਇਹ ਤੋਂ ਬਚਾਅ ਦੇ ਲਈ। ਬਿਜਲੀ ਦੀ ਅੱਗ ਲੱਗਣ ਦੇ ਕਾਰਨ ਕੀ ਹੈ, ਸਭ ਤੋਂ ਪਹਿਲਾਂ ਦੇਖੋ ਫਿਊਜ਼ ਦੇ ਸਹੀ ਸਾਈਜ਼ ਦਾ ਨਾ ਹੋਣਾ। ਹੁਣ ਜਦੋਂ ਤੁਹਾਨੂੰ ਪਤਾ ਫਿਊਜ਼ ਆਪਾਂ ਲਗਾਉਂਦੇ ਹਾਂ, ਫਿਊਜ਼ ਆਪਾਂ ਲੋਡ ਦੇ ਅਕੋਰਡਿੰਗ ਲਗਾਉਂਦੇ ਹਾਂ। ਜਿਵੇਂ ਮੰਨ ਲਓ ਸਰਕਟ ਦਾ ਲੋਡ 10 ਐਂਪੀਅਰ ਹੈ ਤਾਂ ਆਪਾਂ 15-16 ਐਂਪੀਅਰ ਦਾ ਫਿਊਜ਼ ਵੱਧ ਤੋਂ ਲਗਾ ਸਕਦੇ ਹਾਂ। ਹੁਣ ਜੇ ਕਈ ਵਾਰ ਆਪਾਂ ਫਿਊਜ਼ ਵੀ ਬਹੁਤ ਵੱਡਾ ਲਗਾ ਦਿੰਦੇ ਹਾਂ, ਆਪਾਂ ਘਰਾਂ ਦੇ ਵਿੱਚ ਵੈਸੇ ਹੀ ਤਾਰਾਂ 2-3 ਇਕੱਠੀਆਂ ਕਰਕੇ ਲਾ ਦਿੰਦੇ ਹਾਂ, ਆਪਾਂ ਕਹਿੰਦੇ ਚਲ ਇਹੀ ਤਾਰਾਂ ਹੀ ਲਾ ਦਈਏ, ਪਰ ਉਹਦੇ ਨਾਲ ਕੀ ਹੁੰਦਾ, ਜੇ ਦੁਬਾਰਾ ਫਾਲਟ ਪੈਂਦਾ ਅਤੇ ਕੀ ਹੁੰਦਾ, ਫਿਊਜ਼ ਸੜਦਾ ਨਹੀਂ। ਫਿਊਜ਼ ਆਪਾਂ ਕਾਹਦੇ ਲਈ ਲਗਾਉਂਦੇ ਹਾਂ, ਤਾਂ ਕਿ ਜਦੋਂ ਕਰੰਟ ਜ਼ਿਆਦਾ ਸਰਕਟ 'ਚ ਫਲੋ ਕਰਦਾ ਵਾ ਅਤੇ ਫਿਊਜ਼ ਦੀ ਜਿਹੜੀ ਤਾਰ ਉਹ ਪਿਘਲ ਜਾਂਦੀ ਹੈ। ਉਹ ਪਿਘਲਣ ਨਾਲ ਕੀ ਹੁੰਦਾ, ਜਿਹੜਾ ਅੱਗੇ ਕਰੰਟ ਜਾਂਦਾ ਨਹੀਂ ਗਾ, ਠੀਕ ਹੈ। ਜੇ ਫਿਊਜ਼ ਸੜ ਗਿਆ ਤਾਂ ਕਰੰਟ ਨੇ ਅੱਗੇ ਨਹੀਂ ਜਾਣਾ। ਅੱਗੇ ਮੰਨ ਲਓ ਆਪਣਾ ਪੱਖਾ ਲੱਗਿਆ, ਪ੍ਰੈਸ ਲੱਗੀ, ਹੋਰ ਕਾਫੀ ਸਮਾਨ ਲੱਗਿਆ, ਅਤੇ ਉਹਦੇ ਨਾਲ ਕੀ ਹੋਣਾ ਕਿ ਕਰੰਟ ਨੇ ਅੱਗੇ ਨਹੀਂ ਜਾਣਾ, ਠੀਕ ਹੈ। ਫਿਊਜ਼ ਨੇ ਸੜ ਜਾਣਾ ਇੱਕ ਵਾਰੀ ਕਰੰਟ ਤਾਂ ਅੱਗੇ ਜਾ ਹੀ ਰਿਹਾ ਪਹਿਲਾਂ ਤਾਂ, ਪਰ ਜਦੋਂ ਫਿਊਜ਼ ਦੀ ਤਾਰ ਪਿਘਲ ਜੂਗੀ ਤਾਂ ਕਰੰਟ ਅੱਗੇ ਜਾਣਾ ਬੰਦ ਹੋ ਜੂਗਾ, ਠੀਕ ਹੈ। ਜੋ ਜ਼ਿਆਦਾ ਸਰਕਟ ਜ਼ਿਆਦਾ ਕਰੰਟ ਫਲੋ ਕਰੂਗਾ ਅਤੇ ਫਿਊਜ਼ ਕੀ ਹੋਊਗਾ, ਫਿਊਜ਼ ਦੀ ਤਾਰ ਕੀ ਹੈ, ਸੜ ਜੂਗੀ, ਪਿਘਲ ਜੂਗੀ, ਠੀਕ ਹੈ। ਇਸ ਕਰਕੇ ਕੀ ਹੈ, ਇਹ ਬਚਾਅ ਹੋ ਜਾਂਦਾ ਆਪਣਾ, ਅੱਗ ਨਹੀਂ ਲੱਗਦੀ। ਪਰ ਜੇ ਹੁਣ ਫਿਊਜ਼ ਦਾ ਸਾਈਜ਼ ਵੱਡਾ ਵਾ, ਮੰਨ ਲਓ ਫਿਊਜ਼ ਜ਼ਿਆਦਾ ਮਾਤਰਾ ਲੋਡ ਦੇ ਨਾਲੋਂ ਬਹੁਤ ਜ਼ਿਆਦਾ ਆਪਾਂ ਵੱਡਾ ਲਗਾਤਾ, ਜ਼ਿਆਦਾ ਮਾਤਰਾ ਦਾ ਲਗਾਤਾ, ਮਤਲਬ ਤਾਰ ਜਿਹੜੀ ਹੈਗੀ ਉਸ ਹਿਸਾਬ ਨਾਲ ਲਗਾਤੀ, ਅਤੇ ਉਹਦੇ ਨਾਲ ਕੀ ਹੋਊਗਾ ਕਿ ਫਿਊਜ਼ ਨੇ ਛੇਤੀ ਕਿਤੇ ਸੜਨਾ ਨਹੀਂ, ਠੀਕ ਹੈ। ਉਹ ਬਹੁਤ ਜ਼ਿਆਦਾ ਕਰੰਟ 'ਤੇ ਸੜੂਗਾ, ਪਹਿਲਾਂ ਸੜਨਾ ਨਹੀਂ ਉਹਨੇ, ਠੀਕ ਹੈ। ਇਹਦੇ ਨਾਲ ਕੀ ਹੋਊਗਾ, ਜੇ ਫਿਊਜ਼ ਨਹੀਂ ਸੜੂਗਾ ਤਾਂ ਉਹਦੇ ਨਾਲ ਕੀ ਹੋਊਗਾ, ਬਿਜਲੀ ਦੀ ਕਈ ਵਾਰੀ ਅੱਗ ਲੱਗ ਜਾਂਦੀ ਹੈ, ਠੀਕ ਹੈ। ਹੁਣ ਇਹਦੇ ਵਿੱਚ ਕੀ ਕਰਨਾ ਚਾਹੀਦਾ ਆਪਾਂ ਨੂੰ, ਜਿਹੜਾ ਆਪਾਂ ਨੂੰ ਸਹੀ ਸਾਈਜ਼ ਦਾ ਫਿਊਜ਼ ਲਗਾਉਣਾ ਚਾਹੀਦਾ। ਸਾਵਧਾਨੀ ਕੀ ਹੋਗੀ, ਜਿਹੜਾ ਫਿਊਜ਼ ਹੈ ਸਹੀ ਸਾਈਜ਼ ਦਾ ਲਗਾਉਣਾ ਚਾਹੀਦਾ। ਕਾਰਨ ਕੀ ਹੈ, ਫਿਊਜ਼ ਦਾ ਸਹੀ ਸਾਈਜ਼ ਦਾ ਨਾ ਹੋਣਾ। ਜੇ ਫਿਊਜ਼ ਸਹੀ ਸਾਈਜ਼ ਦਾ ਨਾ ਲਗਾਵਾਂਗੇ ਤਾਂ ਉਹਦੇ ਨਾਲ ਅੱਗ ਲੱਗ ਜੂਗੀ। ਸਾਵਧਾਨੀ 'ਚ ਕੀ ਹੈ ਕਿ ਇਹ ਆਪਾਂ ਨੂੰ ਸਹੀ ਸਾਈਜ਼ ਦਾ ਲਗਾਉਣਾ ਚਾਹੀਦਾ, ਸਮਝ ਗਏ। ਤੁਹਾਨੂੰ ਅਲੱਗ-ਅਲੱਗ ਵੀ ਆ ਸਕਦਾ, ਕਾਰਨ ਕੀ ਹੈ, ਅਲੱਗ ਵੀ ਆ ਸਕਦਾ, ਸਾਵਧਾਨੀਆਂ ਵੀ ਆ ਸਕਦੀਆਂ, ਤੁਸੀਂ ਇਸ ਤਰੀਕੇ ਨਾਲ ਲਿਖ ਦੇਣਾ, ਠੀਕ ਹੈ। ਦੂਸਰਾ ਪੁਆਇੰਟ ਕੀ ਹੈ, ਸੌਕਟਾਂ ਦਾ ਓਵਰਲੋਡ ਹੋਣਾ। ਕਈ ਵਾਰ ਆਪਾਂ ਤੁਸੀਂ ਦੇਖਿਆ ਹੋਊਗਾ, ਤੁਸੀਂ ਵੀ ਘਰਾਂ 'ਚ ਕਰਦੇ ਹਾਂ, ਆਪਾਂ ਇੱਕ ਸੌਕਟ ਦੇ ਉੱਤੇ 2-3 ਚੀਜ਼ਾਂ ਚਲਾ ਲੈਂਦੇ ਹਾਂ। ਜਿਵੇਂ ਇੱਕ ਸੌਕਟ ਤੋਂ ਆਪਾਂ ਟੇਬਲ ਫੈਨ ਵੀ ਚਲਾ ਲਿਆ, ਇੱਕ ਸੌਕਟ ਤੋਂ ਆਪਾਂ TV ਚਲਾ ਲਿਆ, ਉਸੇ ਤੋਂ ਆਪਾਂ ਪ੍ਰੈਸ ਵੀ ਚਲਾ ਲੈਂਦੇ, 2-3 ਚੀਜ਼ਾਂ ਇੱਕੋ ਸੌਕਟ ਤੋਂ ਚਲਾਈ ਜਾਂਦੇ ਆਪਾਂ। ਉਹਦੇ ਨਾਲ ਕੀ ਹੁੰਦਾ, ਸੌਕਟ ਉੱਤੇ ਜ਼ਿਆਦਾ ਲੋਡ ਪੈ ਜਾਂਦਾ ਵਾ। ਮਤਲਬ ਸੌਕਟ ਬਣੀ ਤਾਂ ਹੋਈ, ਸੌਕਟ ਕਿੰਨੇ ਐਂਪੀਅਰ ਲਈ ਬਣੀ ਹੁੰਦੀ ਹੈ, ਇਹ 6 ਐਂਪੀਅਰ ਲਈ। ਜਿਹੜੀ ਆਪਣੀ ਛੋਟੀ ਸੌਕਟ ਹੁੰਦੀ ਹੈ 6 ਐਂਪੀਅਰ ਲਈ, ਵੱਡੀ 15 ਐਂਪੀਅਰ ਲਈ ਬਣੀ ਹੁੰਦੀ ਹੈ।
ਜਿਹੜੀ ਸੌਕਟ ਹੁੰਦੀ ਬਣੀ ਤਾਂ 6 ਐਂਪੀਅਰ ਲਈ ਹੁੰਦੀ ਹੈ, ਪਰ ਆਪਾਂ ਉਹਦੇ ਤੋਂ ਜ਼ਿਆਦਾ ਉਹਦੇ ਵਿੱਚ ਦੀ ਜ਼ਿਆਦਾ ਕਰੰਟ ਫਲੋ ਕਰਨਾ ਸ਼ੁਰੂ ਕਰ ਦਿੰਦਾ। ਜਦੋਂ ਆਪਾਂ ਜ਼ਿਆਦਾ ਚੀਜ਼ਾਂ ਲਗਾ ਲਾਂਗੇ ਤਾਂ ਜ਼ਿਆਦਾ ਕਰੰਟ ਫਲੋ ਕਰੂਗਾ ਨਾ। ਉਹਦੇ ਨਾਲ ਕੀ ਹੋਊਗਾ, ਜਿਹੜੀਆਂ ਉਸ ਨੂੰ ਤਾਰਾਂ ਆ ਰਹੀਆਂ ਸਾਰੀਆਂ, ਉਹਦੇ ਕਨੈਕਸ਼ਨ ਹੈ ਸੌਕਟ ਵਿੱਚ ਤਾਰਾਂ ਆ ਰਹੀਆਂ, ਉਹ ਕੀ ਹੋਣਗੀਆਂ, ਓਵਰਹੀਟ ਹੋ ਜਾਣਗੀਆਂ। ਓਵਰਹੀਟ ਮਤਲਬ ਉਹਨਾਂ ਵਿੱਚ ਜ਼ਿਆਦਾ ਮਾਤਰਾ ਕਰੰਟ ਫਲੋ ਕਰੂਗਾ, ਜ਼ਿਆਦਾ ਗਰਮ ਹੋ ਜਾਣਗੀਆਂ। ਜ਼ਿਆਦਾ ਗਰਮ ਹੋਣ ਕਰਕੇ ਕੀ ਹੈ, ਕਈ ਵਾਰ ਉਹਨਾਂ ਨੂੰ ਅੱਗ ਲੱਗ ਜਾਂਦੀ, ਕਈ ਵਾਰ ਕੀ ਉਹਨਾਂ ਨੂੰ ਅੱਗ ਲੱਗ ਸਕਦੀ ਹੈ। ਠੀਕ ਹੈ, ਇਸ ਕਰਕੇ ਜਿਹੜੀ ਆਪਣੀ ਸੌਕਟ ਆ ਉਹਦੇ ਵਿੱਚ ਆਪਾਂ ਨੂੰ ਇੱਕੋ ਹੀ ਉਪਕਰਨ ਲਗਾਉਣਾ ਚਾਹੀਦਾ, ਇੱਕੋ ਹੀ ਉਪਕਰਨ ਲਗਾਉਣਾ ਚਾਹੀਦਾ, ਉਹ ਵੀ ਦੇਖ ਕੇ। ਮਤਲਬ ਜੇ ਮੰਨ ਲਓ ਹੀਟਰ ਹੈ ਅਤੇ ਉਹਦਾ ਡਬਲ ਰੋਡ ਹੀਟਰ ਹੈ, ਤਾਂ ਆਪਾਂ ਨੂੰ ਉਸ ਹਿਸਾਬ ਨਾਲ ਛੋਟੀ ਸੌਕਟ ਜਾਂ ਵੱਡੀ ਸੌਕਟ ਦੇਖ ਕੇ ਲਗਾਉਣੀ ਚਾਹੀਦੀ। ਕਹਿਣ ਦਾ ਮਤਲਬ ਜੇ ਉਹਦਾ ਕਰੰਟ ਕਿੰਨਾ ਵਾ ਹੀਟਰ ਦਾ, ਉਸ ਹਿਸਾਬ ਨਾਲ ਆਪਾਂ ਨੂੰ ਸੌਕਟ ਯੂਜ਼ ਕਰਨੀ ਚਾਹੀਦੀ ਹੈ। ਤੀਸਰਾ ਪੁਆਇੰਟ ਕੀ ਹੈ, ਬਲਨ ਵਾਲੀਆਂ ਵਸਤੂਆਂ ਬੋਰਡ ਦੇ ਨੇੜੇ ਹੋਣਾ। ਜਿਹੜਾ ਬਿਜਲੀ ਦਾ ਬੋਰਡ ਹੈ ਉਹਦੇ ਨੇੜੇ ਬਲਨ ਵਾਲੀਆਂ ਵਸਤੂਆਂ ਨਹੀਂ ਰੱਖਣੀਆਂ ਆਪਾਂ, ਕਿਉਂਕਿ ਜੇ ਰੱਖਾਂਗੇ ਬਾਏ ਚਾਂਸ ਉਹਨੂੰ ਅੱਗ ਲੱਗ ਸਕਦੀ ਹੈ। ਠੀਕ ਹੈ, ਜਿਹੜੀਆਂ ਬਲਨ ਵਾਲੀਆਂ ਵਸਤੂਆਂ ਉਹ ਫਿਊਜ਼ ਬੋਰਡ, ਜਿਹੜਾ ਮੇਨ ਬੋਰਡ ਉਹਦੇ ਨੇੜੇ ਨਹੀਂ ਰੱਖਣੀਆਂ ਚਾਹੀਦੀਆਂ। ਠੀਕ ਹੈ, ਕਿਉਂਕਿ ਜਦੋਂ ਫਿਊਜ਼ ਉੱਡਦਾ ਵਾ, ਕਿਉਂਕਿ ਕੀ ਹੁੰਦਾ, ਜਦੋਂ ਫਿਊਜ਼ ਆਪਣਾ ਉੱਡੂਗਾ, ਮੰਨ ਲਓ ਤੁਹਾਡੇ ਘਰ ਵਿੱਚ ਕਿਤੇ ਕੋਈ ਫਾਲਟ ਪੈ ਗਿਆ, ਉਹਦੇ ਨਾਲ ਫਿਊਜ਼ ਉੱਡੂਗਾ। ਫਿਊਜ਼ ਉੱਡਣ ਦੇ ਨਾਲ ਕੀ ਹੁੰਦਾ, ਸਪਾਰਕ ਪੈਦਾ ਹੁੰਦੀ ਹੈ। ਸਪਾਰਕ ਪੈਦਾ ਹੋਊਗੀ, ਜੇ ਕੋਈ ਚੀਜ਼ ਨੇੜੇ ਪਈ ਹੈ ਬਲਨ ਵਾਲੀ, ਜਿਵੇਂ ਮਿੱਟੀ ਦਾ ਤੇਲ ਪਿਆ ਜਾਂ ਪੈਟਰੋਲ ਡੀਜ਼ਲ ਪਿਆ, ਤਾਂ ਉਹਨੂੰ ਅੱਗ ਲੱਗ ਸਕਦੀ ਹੈ। ਕੋਈ ਤੇਲ ਪਿਆ ਜਾਂ ਕੋਈ ਹੋਰ ਮਤਲਬ ਲੱਕੜ ਪਈ ਹੈ, ਤਾਂ ਉਹਨੂੰ ਬਾਈ ਚਾਂਸ ਅੱਗ ਲੱਗ ਸਕਦੀ ਹੈ। ਇਸ ਕਰਕੇ ਜਿੱਥੇ ਤੁਹਾਡਾ ਮੇਨ ਬੋਰਡ ਹੈ ਬਿਜਲੀ ਦਾ, ਉਹਦੇ ਨੇੜੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਠੀਕ ਹੈ, ਚੌਥਾ ਪੁਆਇੰਟ ਹੈ ਢਿੱਲੇ ਜੋੜ। ਹੁਣ ਜਦੋਂ ਆਪਾਂ ਜੋੜ ਲਗਾਉਂਦੇ ਤਾਰਾਂ ਨੂੰ ਜਾਂ ਕੇਬਲਾਂ ਨੂੰ, ਉਹ ਜੋੜ ਕੀ ਹੁੰਦਾ ਵਾ, ਇਹਨਾਂ ਉੱਪਰ ਕੀ ਹੁੰਦਾ, ਜਦੋਂ ਆਪਾਂ ਤਾਰਾਂ ਦੇ ਜੋੜ ਲਗਾਉਂਦੇ ਹਾਂ, ਜੇ ਆਪਾਂ ਉਹਨੂੰ ਢਿੱਲੇ ਛੱਡ ਦਾਂਗੇ, ਉਹਨਾਂ 'ਚ ਗੈਪ ਰਹਿ ਜਾਊਗਾ। ਠੀਕ ਹੈ, ਉਹ ਗੈਪ ਰਹਿਣ ਦੇ ਨਾਲ ਕੀ ਹੋਊਗਾ, ਇਹਨਾਂ ਵਿੱਚ ਸਪਾਰਕਿੰਗ ਹੁੰਦੀ ਰਹੂਗੀ, ਹੌਲੀ ਹੌਲੀ ਕੀ ਸਪਾਰਕਿੰਗ ਹੁੰਦੀ ਰਹੂਗੀ। ਅਤੇ ਹੁਣ ਜਿਹੜੀ ਤਾਰਾਂ ਹੁੰਦੀਆਂ ਇਹਨਾਂ 'ਚ ਇੰਸੂਲੇਸ਼ਨ ਚੜ੍ਹਿਆ ਹੁੰਦਾ ਵਾ, ਜਿਹੜਾ ਇੰਸੂਲੇਸ਼ਨ ਚੜ੍ਹਿਆ ਹੁੰਦਾ, ਸਪਾਰਕਿੰਗ ਹੋਣ ਦੇ ਨਾਲ ਕੀ ਪਿਘਲ ਜੂਗਾ, ਪਿਘਲਣ ਦੇ ਨਾਲ ਕੀ ਹੋਊਗਾ, ਅੱਗ ਲੱਗ ਸਕਦੀ ਹੈ। ਠੀਕ ਹੈ, ਕਿਉਂਕਿ ਜਦੋਂ ਤਾਰਾਂ ਵਾ, ਜਦੋਂ ਜੋ ਢਿੱਲੇ ਹੋਣਗੇ ਉਹ 'ਚ ਹਵਾ ਰਹਿ ਜਾਣੀ ਹੈ, ਉਹਦੇ ਕਰਕੇ ਕੀ ਹੈ, ਜਿਵੇਂ ਮਾੜੀ ਮੋਟੀ ਜਦੋਂ ਕਰੰਟ ਫਲੋ ਕਰੂਗਾ ਉਹਦੇ ਨਾਲ ਵਿੱਚ ਸਪਾਰਕਿੰਗ ਹੋਣੀ ਸ਼ੁਰੂ ਹੋ ਜਾਣੀ ਹੈ। ਸਪਾਰਕਿੰਗ ਹੋਣ ਦੇ ਨਾਲ ਕੀ ਹੋਊਗਾ, ਜਿਹੜਾ ਉਹਨਾਂ ਤਾਰਾਂ ਦੇ ਉੱਪਰ ਇੰਸੂਲੇਸ਼ਨ ਚੜ੍ਹਿਆ ਵਾ ਉਹ ਪਿਘਲ ਜੂਗਾ, ਪਿਘਲ ਕੇ ਕੀ ਉਹਨੂੰ ਅੱਗ ਲੱਗ ਸਕਦੀ ਹੈ। ਠੀਕ ਹੈ, ਇਹ ਸੀਗਾ ਢਿੱਲੇ ਜੋੜ। ਨੈਕਸਟ ਹੈਗਾ ਵਾਇਰਿੰਗ। ਠੀਕ ਹੈ, ਵਾਇਰਿੰਗ ਜਿਹੜੀ ਹੋਣੀ ਚਾਹੀਦੀ ਅੱਜ ਦੀ ਡੇਟ 'ਤੇ ਵੈਸੇ ਮੈਕਸਿਮਮ ਵਾਇਰਿੰਗ ਕੰਡਿਊਟ ਵਾਇਰਿੰਗ ਕਰ ਰਹੇ ਆ। ਪੁਰਾਣੇ ਟਾਈਮ 'ਚ ਜਿਹੜੀ ਸੀ ਬੈਟਨ ਵਾਇਰਿੰਗ, ਕੇਸਿੰਗ ਕੇਪਿੰਗ ਵਗੈਰਾ ਕਰਦੇ ਸੀ, ਪਰ ਜਿਹੜੀ ਕੰਡਿਊਟ ਵਾਇਰਿੰਗ ਹੈ ਉਹ ਕੇਸਿੰਗ ਕੇਪਿੰਗ, ਠੀਕ ਹੈ, ਅਤੇ ਬੈਟਨ ਵਾਇਰਿੰਗ ਤੋਂ ਸੁਰੱਖਿਅਤ ਹੈ। ਠੀਕ ਹੈ, ਇਸ ਕਰਕੇ ਆਪਾਂ ਨੂੰ ਜਿਹੜੀ ਵਾਇਰਿੰਗ ਆ ਉਹ ਦੇਖ ਕੇ ਕਰਨੀ ਚਾਹੀਦੀ ਹੈ, ਕੰਡਿਊਟ ਵਾਇਰਿੰਗ ਕਰਨੀ ਚਾਹੀਦੀ ਹੈ। ਠੀਕ ਹੈ, ਜਿੱਥੇ ਆਪਣੇ ਤੇਲ ਦੇ ਸਟੋਰ ਹੋਣ, ਲੱਕੜੀ ਦੇ ਸਟੋਰ ਹੋਣ, ਉੱਥੇ ਹਮੇਸ਼ਾ ਹੀ ਕੰਡਿਊਟ ਵਾਇਰਿੰਗ ਹੀ ਕਰਨੀ ਚਾਹੀਦੀ ਹੈ। ਅਤੇ ਜਿਹੜੀਆਂ ਤਾਰਾਂ ਆਪਾਂ ਨੂੰ PVC ਦੀਆਂ ਵਰਤਣੀਆਂ ਚਾਹੀਦੀਆਂ। ਠੀਕ ਹੈ, ਸਮਝ ਗਏ। ਇਹ ਸੀਗੇ ਬਿਜਲੀ ਦੀ ਅੱਗ ਲੱਗਣ ਦੇ ਕਾਰਨ ਅਤੇ ਸਾਵਧਾਨੀਆਂ। ਦੁਬਾਰਾ ਫਿਰ ਇੱਕ ਵਾਰੀ ਤੁਹਾਨੂੰ ਦੱਸ ਦਿੰਦਾ। ਪਹਿਲਾ ਪੁਆਇੰਟ ਹੈ ਫਿਊਜ਼ ਦੇ ਸਹੀ ਸਾਈਜ਼ ਦਾ ਨਾ ਹੋਣਾ। ਕਈ ਵਾਰੀ ਆਪਾਂ ਫਿਊਜ਼ ਵੱਡਾ ਲਗਾ ਦਿੰਦੇ ਹਾਂ। ਠੀਕ ਹੈ, ਘਰਾਂ ਵਿੱਚ ਆਪਣੇ ਕੋਲ ਫਿਊਜ਼ ਉੱਡ ਗਿਆ, ਆਪਾਂ ਪ੍ਰੋਬਲਮ ਆ ਗਈ, ਆਪਾਂ ਮੋਟੀ ਤਾਰ ਲਗਾ ਦਿੰਦੇ ਹਾਂ। ਠੀਕ ਹੈ, ਆਪਾਂ ਨੂੰ ਚਾਹੀਦਾ ਵੀ ਉਸ ਹਿਸਾਬ ਨਾਲ ਬਰੀਕ ਤਾਰ ਲਗਾਈ ਜਾਵੇ, ਜਿਸ ਹਿਸਾਬ ਨਾਲ ਉਹਦੀ ਲੋਡ ਆਪਣੇ ਘਰ ਦਾ। ਫਿਰ ਕਈ ਵਾਰ ਆਪਾਂ ਜ਼ਿਆਦਾ ਵੱਡਾ ਫਿਊਜ਼ ਲਗਾ ਦਿੰਦੇ ਹਾਂ, ਉਹਦੇ ਨਾਲ ਕੀ ਹੁੰਦਾ ਕਿ ਜਦੋਂ ਆਪਣੇ ਨੁਕਸ ਪੈਂਦਾ ਤਾਂ ਫਿਊਜ਼ ਸੜਦਾ ਨਹੀਂ। ਫਿਊਜ਼ ਨਾ ਸੜਨ ਕਰਕੇ ਕੀ ਹੈ, ਅੱਗ ਲੱਗ ਸਕਦੀ ਹੈ। ਠੀਕ ਹੈ, ਸੌਕਟਾਂ ਦਾ ਓਵਰਲੋਡ ਨਾ ਹੋਣੇ, ਤੁਹਾਨੂੰ ਦੱਸਿਆ। ਜਦੋਂ ਆਪਾਂ ਇੱਕ ਸੌਕਟ ਦੇ ਵਿੱਚ ਆਪਾਂ ਕਈ ਵਾਰ 2-3 ਚੀਜ਼ਾਂ ਡਾਇਰੈਕਟ ਚਲਾ ਲੈਂਦੇ ਹਾਂ। ਠੀਕ ਹੈ, ਇੱਕ ਸੌਕਟ ਆ, ਮੰਨ ਲਓ ਚ ਪ੍ਰੈਸ ਵੀ ਚਲਾ ਲਈ, ਆਪਾਂ ਗੀਜ਼ਰ ਵੀ ਚਲਾ ਲਿਆ, 1-2 ਚੀਜ਼ਾਂ ਹੋਰ ਚਲਾਉਣੀਆਂ, ਉਹਦੇ ਨਾਲ ਕੀ ਹੁੰਦਾ, ਕਈ ਵਾਰ ਲੋਡ ਵੱਧ ਜਾਂਦਾ। ਲੋਡ ਵਧਣ ਦੇ ਨਾਲ ਕੀ ਜਿਹੜੀਆਂ ਪਿੱਛੋਂ ਤਾਰਾਂ ਆ ਰਹੀਆਂ ਓਵਰਹੀਟ ਹੋ ਜਾਂਦੀ, ਓਵਰਹੀਟ ਕਰਕੇ ਕੀ ਅੱਗ ਲੱਗ ਸਕਦੀ ਹੈ। ਹੋਰ ਤੁਹਾਨੂੰ ਤੀਸਰਾ ਪੁਆਇੰਟ ਦੱਸਿਆ ਸੀ, ਬਲਨ ਵਾਲੀਆਂ ਵਸਤੂਆਂ ਬੋਰਡ ਦੇ ਨੇੜੇ ਨਾ ਹੋਣਾ, ਬੋਰਡ ਦੇ ਨੇੜੇ ਹੋਣਾ। ਠੀਕ ਹੈ, ਜਿਹੜੀਆਂ ਬਲਨ ਵਾਲੀਆਂ ਵਸਤੂਆਂ, ਬਿਜਲੀ ਦਾ ਜਿਹੜਾ ਮੇਨ ਬੋਰਡ ਆਪਣਾ, ਉਹਦੇ ਨੇੜੇ ਨਹੀਂ ਹੋਣੀ ਚਾਹੀਦੀਆਂ, ਕਿਉਂਕਿ ਕਈ ਵਾਰ ਕੀ ਹੁੰਦਾ, ਜਦੋਂ ਫਿਊਜ਼ ਉੱਡਦਾ ਤਾਂ ਸਪਾਰਕਿੰਗ ਹੁੰਦੀ ਹੈ। ਉਹ ਸਪਾਰਕਿੰਗ ਕਰਕੇ ਕੀ ਹੈ, ਉਹਦਾ ਚੰਗਿਆੜਾ, ਜਿਵੇਂ ਆਪਾਂ ਕਹਿ ਦਿੰਦੇ, ਉਹ ਕੋਈ ਬਲਨ ਵਾਲੀ ਵਸਤੂ ਹੈ, ਮਿੱਟੀ ਦਾ ਤੇਲ ਪਿਆ ਜਾਂ ਹੋਰ ਡੀਜ਼ਲ ਜੋ ਵੀ ਪਿਆ, ਉਹਦੇ 'ਤੇ ਪੈ ਸਕਦਾ। ਪੈਣ ਦੇ ਨਾਲ ਕੀ ਉਹ ਚੀਜ਼ 'ਤੇ ਅੱਗ ਲੱਗ ਸਕਦੀ ਹੈ। ਠੀਕ ਹੈ, ਕੋਲੇ ਵਗੈਰਾ ਲੱਕੜ ਪਈ, ਉਹ 'ਤੇ ਵੀ ਅੱਗ ਲੱਗ ਸਕਦੀ ਹੈ ਇਸ ਤਰ੍ਹਾਂ। ਇਸ ਕਰਕੇ ਬੋਰਡ ਦੇ ਨੇੜੇ ਨਹੀਂ ਹੋਣੀ ਚਾਹੀਦੀ। ਢਿੱਲੇ ਜੋੜ। ਠੀਕ ਹੈ, ਤਾਰਾਂ ਅਤੇ ਕੇਬਲਾਂ ਦੇ ਜਿਹੜੇ ਜੋੜ ਜਿਹੜੇ ਹੈਗੇ ਉਹ ਢਿੱਲੇ ਨਹੀਂ ਹੋਣੇ ਚਾਹੀਦੇ, ਕਿਉਂਕਿ ਇਹਨਾਂ ਦੇ ਨਾਲ ਕੀ ਹੁੰਦਾ, ਕਈ ਵਾਰੀ ਜੋ ਢਿੱਲੇ ਹੋਣ ਦੇ ਨਾਲ ਕੀ ਹੁੰਦਾ ਵਾ, ਸਪਾਰਕਿੰਗ ਪੈਦਾ ਹੁੰਦੀ ਹੈ। ਉਹ ਸਪਾਰਕਿੰਗ ਦੇ ਨਾਲ ਕੀ ਹੈ, ਜਿਹੜਾ ਇੰਸੂਲੇਸ਼ਨ, ਤਾਰਾਂ ਗਰਮ ਹੋਣਗੀਆਂ, ਇੰਸੂਲੇਸ਼ਨ ਪਿਘਲ ਜਾਂਦਾ ਵਾ, ਪਿਘਲਣ ਦੇ ਨਾਲ ਕੀ ਹੁੰਦਾ, ਅੱਗ ਲੱਗ ਸਕਦੀ ਹੈ। ਠੀਕ ਹੈ, ਉਸ ਤੋਂ ਜਿਹੜੀ ਵਾਇਰਿੰਗ ਹੈ ਉਹ ਕੰਡਿਊਟ ਵਾਇਰਿੰਗ ਕਰਨੀ ਚਾਹੀਦੀ ਹੈ ਆਪਾਂ ਨੂੰ ਮੈਕਸਿਮਮ ਥਾਵਾਂ ਦੇ ਉੱਤੇ। ਠੀਕ ਹੈ, ਸਪੈਸ਼ਲੀ ਜਿੱਥੇ ਤੇਲ ਅਤੇ ਲੱਕੜੀ ਦੇ ਸਟੋਰ ਹੋਣ, ਉੱਥੇ ਆਪਾਂ ਨੂੰ ਕੰਡਿਊਟ ਵਾਇਰਿੰਗ ਹੀ ਕਰਨੀ ਚਾਹੀਦੀ ਹੈ। ਨੈਕਸਟ ਹੈਗਾ ਬਿਜਲੀ ਦੇ ਝਟਕੇ ਦੇ ਕਾਰਨ ਅਤੇ ਸਾਵਧਾਨੀਆਂ। ਬਿਜਲੀ ਦੇ ਝਟਕੇ ਦੇ ਕੀ ਕਾਰਨ ਹੈ। ਠੀਕ ਹੈ, ਬਿਜਲੀ ਦੇ ਝਟਕੇ ਦਾ ਕੀ ਕਾਰਨ ਦੇਖੋ, ਜਿਹੜਾ ਆਪਣਾ ਸਰੀਰ ਹੈ ਉਹ ਇੱਕ ਕੰਡਕਟਰ ਹੈ। ਠੀਕ ਹੈ, ਆਪਣਾ ਸਰੀਰ ਕੀ ਹੈ, ਇੱਕ ਕੰਡਕਟਰ ਦੇ ਵਿੱਚ ਉਹਦੀ ਕਰੰਟ ਫਲੋ ਕਰ ਜਾਂਦਾ ਆਪਣੇ ਸਰੀਰ ਦੇ ਵਿੱਚ। ਠੀਕ ਹੈ, ਪਰ ਜਿਹੜਾ
ਪ੍ਰਤੀਰੋਧ ਹੈ ਉਹ ਅਰਥ ਨਾਲੋਂ ਜ਼ਿਆਦਾ, ਜਿਹੜੀ ਆਪਾਂ ਅਰਥਿੰਗ ਯੂਜ਼ ਕਰਦੇ ਉਹਦੇ ਨਾਲੋਂ ਜ਼ਿਆਦਾ ਹੁੰਦਾ ਵਾ। ਹੁਣ ਜੇਕਰ ਅਰਥਿੰਗ ਹੋਈ ਵੀ ਹੈ ਤਾਂ ਕੀ ਹੋਊਗਾ, ਕਹਿੰਦਾ ਮਤਲਬ ਜੇਕਰ ਅਰਥਿੰਗ ਹੋਈ ਵੀ ਕਿਸੇ ਚੀਜ਼ ਦੀ, ਜੇ ਉਹਨੂੰ ਉਹਦੇ 'ਤੇ ਫਾਲਟ ਆਉਂਦਾ ਕੋਈ, ਤੇ ਜਿਹੜਾ ਕਰੰਟ ਹੋਊਗਾ ਸਿੱਧਾ ਧਰਤੀ ਚਲਾ ਜਾਊਗਾ, ਤਾਂ ਕਰੰਟ ਸਿੱਧਾ ਧਰਤੀ ਚਲੇ ਜਾਂਦਾ ਵਾ। ਠੀਕ ਹੈ, ਜੇ ਅਰਥਿੰਗ ਪ੍ਰੋਪਰ ਨਹੀਂ ਹੋਈ ਵੀ ਤਾਂ ਜਿਹੜਾ ਆਪਣਾ ਸਰੀਰ ਕੰਡਕਟਰ ਹੈ, ਅਤੇ ਆਪਣੇ ਸਰੀਰ ਦੇ ਵਿੱਚੋਂ ਨਹੀਂ ਹੁੰਦਾ ਹੋਇਆ ਕਰੰਟ ਧਰਤੀ ਜਾਊਗਾ। ਠੀਕ ਹੈ, ਜੇ ਮੰਨ ਲਓ ਮਨੁੱਖ ਧਰਤੀ 'ਤੇ ਖੜਾ ਹੋਇਆ ਤਾਂ ਉਹਦੇ ਜ਼ਮੀਨ 'ਤੇ ਖੜਾ, ਤਾਂ ਉਹ ਕੀ ਹੈ, ਉਹਦੇ ਕਰੰਟ ਉਹਦੇ ਸਰੀਰ ਦੇ ਵਿੱਚੋਂ ਨਹੀਂ ਹੁੰਦਾ ਹੈ, ਧਰਤੀ 'ਚ ਜਾਂਦਾ ਵਾ। ਠੀਕ ਹੈ, ਠੀਕ ਹੈ, ਧਰਤੀ ਦੇ ਵਿੱਚ ਜਾਊਗਾ। ਇਹਦਾ ਮਤਲਬ ਕੀ ਹੋਊਗਾ, ਜਦੋਂ ਧਰਤੀ ਵਿੱਚ ਸਰੀਰ ਦੇ ਵਿੱਚ ਜਾਊਗਾ ਤਾਂ ਮਨੁੱਖ ਨੂੰ ਝਟਕਾ ਲੱਗੂ ਬਿਜਲੀ ਦਾ, ਤਾਂ ਮਨੁੱਖ ਨੂੰ ਕੀ ਹੋਊਗਾ, ਝਟਕਾ ਲੱਗੂਗਾ। ਇਸ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ, ਜਿਹੜੇ ਸਾਰੇ ਜਨਰੇਟਰ ਹੈ, ਟਰਾਂਸਫਾਰਮਰ ਹੈ, ਅਤੇ ਹਰ ਪੋਲ ਅਰਥ ਕੀਤਾ ਜਾਂਦਾ, ਸਾਰੇ ਪੋਲ, ਚੌਥਾ ਪੋਲ ਅਰਥ ਕਰਦੇ ਆਪਾਂ, ਜਿਹੜੀ ਬਾਹਰ ਵਾਇਰਿੰਗ ਵੱਡੀ ਟਾਵਰਸ ਲੱਗੇ ਹੁੰਦੇ ਆ ਉਹਨਾਂ ਵਿੱਚ ਹਰ ਚੌਥਾ ਪੋਲ ਆਪਾਂ ਅਰਥ ਕਰਦੇ ਹਾਂ। ਜਨਰੇਟਰ ਟਰਾਂਸਫਾਰਮਰ ਅਰਥ ਕਰਦੇ ਹਾਂ, ਜਿਹੜੇ ਆਪਣੇ ਫਰਿੱਜ ਕੂਲਰ ਹੈ ਉਹ ਵੀ ਅਰਥ ਕੀਤੇ ਜਾਂਦੇ। ਕਈ ਵਾਰ ਆਪਾਂ ਚੀਜ਼ਾਂ ਅਰਥ ਨਹੀਂ ਕਰਦੇ। ਠੀਕ ਹੈ, ਜੇ ਅਰਥ ਨਹੀਂ ਹੋਣਗੀਆਂ ਤਾਂ ਇਹ ਪ੍ਰੋਬਲਮ ਆ ਸਕਦੀ ਆਪਾਂ ਨੂੰ। ਜੇ ਅਰਥ ਪ੍ਰੋਪਰ ਹੋਊਗੀ, ਆਪਣੇ ਅਰਥ ਫਿੱਟ ਬਣੀ ਹੋਊ, ਅਰਥਿੰਗ ਹੋਈ ਹੋਊਗੀ, ਤਾਂ ਇਹ ਪ੍ਰੋਬਲਮ ਨਹੀਂ ਆਊਗੀ। ਠੀਕ ਹੈ, ਇਹ ਸੀਗਾ ਬਿਜਲੀ ਝਟਕਾ ਕਿਵੇਂ ਲੱਗਦਾ। ਉਸ ਤੋਂ ਬਾਅਦ ਸਾਵਧਾਨੀਆਂ, ਬਿਜਲੀ ਝਟਕੇ ਤੋਂ ਬਚਣ ਲਈ ਕੀ ਸਾਵਧਾਨੀ ਆਪਾਂ ਨੂੰ ਵਰਤੀਆਂ ਜਾਣੀ ਚਾਹੀਦੀਆਂ। ਸਭ ਤੋਂ ਮੇਨ ਚੀਜ਼ ਤਾਂ ਇਹੀ ਹੈ ਕਿ ਬਿਜਲੀ ਸਾਰੇ ਯੰਤਰ ਅਤੇ ਉਪਕਰਨ, ਜਿੰਨੇ ਵੀ ਯੰਤਰ ਅਤੇ ਉਪਕਰਨ ਅਰਥ ਹੋਣੇ ਚਾਹੀਦੇ। ਮੇਨ ਤੁਹਾਡੇ ਘਰ ਦੇ ਬਾਹਰ ਵੀ ਪਹਿਲਾਂ ਅਰਥਿੰਗ ਹੋਣੀ ਜ਼ਰੂਰੀ ਹੈ, ਉਸ ਤੋਂ ਸਾਰੇ ਘਰ ਦੇ ਵਿੱਚ ਤਾਰ ਜਾਣੀ ਅਰਥ ਵਾਲੀ। ਠੀਕ ਹੈ, ਸਾਰੇ ਯੰਤਰ ਬਿਜਲੀ ਦੇ ਅਰਥ ਹੋਣੇ ਚਾਹੀਦੇ ਆ। ਹੁਣ ਜੇ ਆਪਾਂ ਮੰਨ ਲਓ ਕੋਈ ਲਿਵ ਤਾਰ 'ਤੇ ਕੰਮ ਕਰਦੇ, ਲਿਵ ਤਾਰ ਦਾ ਮਤਲਬ ਹੁੰਦਾ ਜਿਹਦੇ ਵਿੱਚੋਂ ਦੀ ਕਰੰਟ ਗੁਜ਼ਰ ਰਿਹਾ। ਜੇ ਆਪਾਂ ਲਿਵ ਤਾਰ ਦੇ ਉੱਪਰ ਕੰਮ ਕਰ ਰਹੇ ਹਾਂ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ, ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਦੇ ਨਾਲ ਇੰਸੂਲੇਟ ਕਰਕੇ ਕੰਮ ਕਰਨਾ ਚਾਹੀਦਾ। ਕਦੇ ਵੀ ਜਿਹੜੀਆਂ ਖਰਾਬ ਹੋਈਆਂ ਤਾਰਾਂ ਵੈ ਜਾਂ ਖਰਾਬ ਹੋਏ ਉਪਕਰਨ ਹੈ ਉਹਨਾਂ ਨੂੰ ਵਰਤੋਂ ਵਿੱਚ ਨਹੀਂ ਲਿਆਉਣਾ ਚਾਹੀਦਾ। ਜੇ ਇਸ ਬਿਜਲੀ ਝਟਕੇ ਦੇ ਬਚਣਾ ਆਪਾਂ, ਜਿਹੜੇ ਖਰਾਬ ਹੋਏ ਉਪਕਰਨ ਹੈ ਅਤੇ ਟੁੱਟੀਆਂ ਹੋਈਆਂ ਤਾਰਾਂ ਨੂੰ ਵਰਤੋਂ ਵਿੱਚ ਨਹੀਂ ਲਿਆਉਣਾ ਚਾਹੀਦਾ। ਹੋਰ ਕੀ ਹੈ, ਜਿਹੜੀ ਸੌਕਟਾਂ ਵੈ, ਜਿਹੜੀ ਸੌਕਟ ਆ ਉਹਦੇ ਵਿੱਚ ਆਪਾਂ ਨੂੰ ਡਾਇਰੈਕਟਲੀ ਆਪਾਂ ਕਈ ਵਾਰ ਨੰਗੀ ਤਾਰ ਲਗਾ ਦਿੰਦੇ ਹਾਂ, ਉਹਨੂੰ ਹਮੇਸ਼ਾ ਪਲੱਗ ਦੇ ਵਿੱਚ ਪਾ ਕੇ ਹੀ ਤਾਰਾਂ ਲਗਾਉਣੀਆਂ ਚਾਹੀਦੀਆਂ ਵੈ। ਠੀਕ ਹੈ, ਇਹ ਰਿਪੇਅਰ ਦੇ ਕੰਮ ਕਰਨ ਤੋਂ ਪਹਿਲਾਂ ਮੇਨ ਸਵਿੱਚ ਆਫ ਕਰ ਦੇਣੀ ਚਾਹੀਦੀ ਹੈ। ਠੀਕ ਹੈ, ਮੇਨ ਇਹ ਸਾਵਧਾਨੀਆਂ ਆਪਣੀਆਂ। ਦੁਬਾਰਾ ਫਿਰ ਦੇਖ ਲਓ ਬਿਜਲੀ ਝਟਕੇ ਦਾ ਕੀ ਕਰਨਾ ਹੈ। ਹੁਣ ਆਪਾਂ ਨੂੰ ਪਤਾ ਵੀ ਆਪਾਂ ਸਾਰੀ ਚੀਜ਼ਾਂ ਅਰਥ ਕਰਨੀਆਂ, ਜਨਰੇਟਰ, ਟਰਾਂਸਫਾਰਮਰ ਅਤੇ ਹਰ ਚੌਥਾ ਪੋਲ ਅਰਥ ਕੀਤਾ ਹੁੰਦਾ ਵੈਸੇ। ਠੀਕ ਹੈ, ਜਿਹੜੇ ਆਪਣੇ ਪ੍ਰੈਸ ਹੈ ਉਹ ਵੀ ਆਪਾਂ ਨੂੰ ਅਰਥ ਕਰਨੀ ਚਾਹੀਦੀ ਹੈ, ਕੂਲਰ, ਕੱਪੜੇ ਧੋਣ ਵਾਲੀ ਮਸ਼ੀਨ। ਹੁਣ ਕਈ ਵਾਰੀ ਕੀ ਹੁੰਦਾ, ਜਦੋਂ ਜੇਕਰ ਮੰਨ ਲਓ ਸਹੀ ਅਰਥ ਨਹੀਂ ਹੈਗੀ, ਆਪਣੇ ਘਰ ਦੇ ਵਿੱਚ ਅਰਥਿੰਗ ਨਹੀਂ ਹੋਈ ਪ੍ਰੋਪਰ, ਜਾਂ ਉਹ ਪ੍ਰੈਸ ਆਪਾਂ ਅਰਥ ਨਹੀਂ ਕੀਤੀ, ਤਾਂ ਹੁਣ ਜਦੋਂ ਵੀ, ਠੀਕ ਹੈ, ਜਦੋਂ ਵੀ ਆਪਣਾ ਕੋਈ ਵੀ ਮਨੁੱਖ ਦੇ ਸਰੀਰ ਦਾ ਕੋਈ ਵੀ ਅੰਗ ਜਿਹੜਾ ਹੈਗਾ ਉਹ ਲੱਗੂਗਾ, ਉਹ ਮਤਲਬ ਪ੍ਰੈਸ ਨੂੰ ਲੱਗ ਗਿਆ ਜਾਂ ਕਿਸੇ ਚੀਜ਼ ਨੂੰ ਟਰਮੀਨਲ ਲੱਗੂਗਾ, ਮਨੁੱਖ ਦੇ ਸਰੀਰ ਦਾ ਕੋਈ ਵੀ ਅੰਗ ਜਿਹੜਾ ਫੇਸ ਤਾਰ ਨੂੰ ਲੱਗੂਗਾ ਜਾਂ ਕਿਸੇ ਟਰਮੀਨਲ ਲੱਗਦਾ ਵਾ, ਅਤੇ ਕੀ ਹੁੰਦਾ ਵਾ, ਜਿਹੜਾ ਕਰੰਟ ਹੈ ਮਨੁੱਖ ਦੇ ਸਰੀਰ ਦੇ ਵਿੱਚ ਹੁੰਦਾ ਹੈ ਜ਼ਮੀਨ ਚਲਾ ਜਾਂਦਾ। ਜਦੋਂ ਕਰੰਟ ਮਨੁੱਖ ਦੇ ਸਰੀਰ ਦੇ ਵਿੱਚ ਹੁੰਦਾ ਜ਼ਮੀਨ ਚਲਾਊਗਾ ਤਾਂ ਮਨੁੱਖ ਨੂੰ ਬਿਜਲੀ ਝਟਕਾ ਲੱਗੂਗਾ। ਠੀਕ ਹੈ, ਪਰ ਜੇ ਅਰਥਿੰਗ ਸਹੀ ਅਰਥਿੰਗ ਹੋਊਗੀ ਤਾਂ ਕੀ ਕਰੰਟ ਹੋਊਗਾ, ਡਾਇਰੈਕਟਲੀ ਸਰੀਰ ਦੇ ਵਿੱਚ ਦੀ ਨਾ ਹੁੰਦਾ, ਉਹ ਅਰਥ ਦੇ ਦੁਆਰਾ ਧਰਤੀ ਚਲਾ ਜਾਊਗਾ ਅਤੇ ਝਟਕੇ ਤੋਂ ਬਚ ਜਾਊਗਾ ਮਨੁੱਖ। ਠੀਕ ਹੈ, ਝਟਕਾ ਕਦੋਂ ਲੱਗੂਗਾ, ਜਦੋਂ ਅਰਥਿੰਗ ਪ੍ਰੋਪਰ ਨਹੀਂ ਹੈਗੀ ਤੁਹਾਡੀ। ਸਾਵਧਾਨੀ ਤੁਹਾਨੂੰ ਦੱਸ ਦਿੱਤੀ ਇਹਦੀ। ਠੀਕ ਹੈ, ਅੱਗੇ ਮਨੁੱਖ ਨੂੰ ਲਿਵ ਤਾਰ ਨਾਲੋਂ ਕਿਵੇਂ ਛੁਡਾਓਗੇ। ਜੇ ਹੁਣ ਲਿਵ ਤਾਰ ਹੈ ਜਿਹਦੇ ਵਿੱਚ ਕਰੰਟ ਫਲੋ ਕਰ ਰਿਹਾ ਪ੍ਰੋਪਰ, ਠੀਕ ਹੈ, ਜੇ ਉਹ ਮਨੁੱਖ ਜਿਹੜਾ ਉਹਦੇ ਨਾਲ ਹਜੇ ਤੱਕ ਜੁੜਿਆ ਹੋਇਆ, ਮਨੁੱਖ ਜਿਹੜਾ ਲਿਵ ਤਾਰ ਦੇ ਉੱਤੇ ਕੰਮ ਕਰ ਰਿਹਾ ਸੀਗਾ ਉਹਦੇ ਨਾਲ ਜੁੜ ਗਿਆ ਵਾ। ਠੀਕ ਹੈ, ਅਤੇ ਉਹਨੂੰ ਆਪਾਂ ਕਿਵੇਂ ਛੁਡਾਉਣਾ ਵਾ। ਸਭ ਤੋਂ ਪਹਿਲਾਂ ਤਾਂ ਕੀ ਕਰਨਾ ਆਪਾਂ, ਜੇ ਮਨੁੱਖ ਹੈ ਮੰਨ ਲਓ ਲਿਵ ਤਾਰ ਜਿਹਦੇ ਵਿੱਚ ਕਰੰਟ ਫਲੋ ਕਰ ਰਿਹਾ ਸੀ, ਉਹ 'ਤੇ ਕੰਮ ਕਰ ਰਿਹਾ ਸੀ, ਉਹਦੇ ਨਾਲ ਜੁੜ ਗਿਆ ਮੰਨ ਲਓ। ਠੀਕ ਹੈ, ਉਹਦੇ ਨਾਲ ਟੱਚ ਹੋ ਗਿਆ ਅਤੇ ਉਹਦੇ ਨਾਲ ਜੁੜਿਆ ਹੀ ਰਹਿ ਗਿਆ। ਠੀਕ ਹੈ, ਉਹਨੂੰ ਆਪਾਂ ਕਿਵੇਂ ਛੁਡਾ ਸਕਦੇ ਹਾਂ। ਸਭ ਤੋਂ ਪਹਿਲਾਂ ਕੀ ਕਰਾਂਗੇ, ਮੇਨ ਸਵਿੱਚ ਬੰਦ ਕਰ ਦਾਂਗੇ। ਆਪਾਂ ਕੋਸ਼ਿਸ਼ ਕਰਾਂਗੇ ਮੇਨ ਸਵਿੱਚ ਬੰਦ ਕਰਨ ਦੀ ਨੇੜੇ ਸਭ ਤੋਂ ਜਲਦੀ ਇਹ ਕੰਮ ਕਰਨਾ, ਕਿਉਂਕਿ ਜ਼ਿਆਦਾ ਦੇਰ ਲੱਗੀ ਤਾਂ ਮਨੁੱਖ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ। ਠੀਕ ਹੈ, ਦੂਸਰਾ ਪੁਆਇੰਟ ਕੀ ਹੈ, ਜੇਕਰ ਮੇਨ ਸਵਿੱਚ ਨੇੜੇ ਨਹੀਂ ਹੈਗੀ ਤਾਂ ਉਹਨੂੰ ਆਪਾਂ ਕੀ ਕਰਨਾ, ਸੁੱਕੀ ਲੱਕੜੀ ਨਾਲ ਉਹਨੂੰ ਖਿੱਚਣਾ ਵਾ। ਤਾਂ ਮਨੁੱਖ ਨੂੰ ਕੀ ਕਰਨਾ, ਉਹਨੂੰ ਸੁੱਕੀ ਲੱਕੜੀ ਨਾਲ ਖਿੱਚਣ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ, ਜੇਕਰ ਹੁਣ ਸੁੱਕੀ ਲੱਕੜੀ ਵੀ ਹੈ ਨਹੀਂ ਗੀ ਤਾਂ ਆਪਾਂ ਕੀ ਕਰਨਾ ਹੈ, ਉਹ ਰੋਗੀ ਦੇ ਢਿੱਲੇ ਕੱਪੜਿਆਂ ਨੂੰ ਫੜ ਕੇ ਖਿੱਚਾਂਗੇ। ਪਰ ਆਪਣੇ ਕੱਪੜਿਆਂ ਨਾਲ ਸੰਪਰਕ ਹੋਣਾ ਚਾਹੀਦਾ, ਸਰੀਰ ਨਾਲ ਨਹੀਂ ਸੰਪਰਕ ਹੋਣਾ ਚਾਹੀਦਾ। ਜੇ ਉਹਦੇ ਸਰੀਰ ਨਾਲ ਸੰਪਰਕ ਹੋ ਗਿਆ ਤਾਂ ਆਪਾਂ ਨੂੰ ਵੀ ਕਰੰਟ ਲੱਗ ਸਕਦਾ। ਠੀਕ ਹੈ, ਆਪਾਂ ਕੀ, ਜੇ ਹੁਣ ਮੰਨ ਲਓ ਲੱਕੜੀ ਵੀ ਹੈ ਨਹੀਂ, ਮੇਨ ਸਵਿੱਚ ਵੀ ਨਹੀਂ ਬੰਦ ਕਰ ਸਕਦੇ, ਤਾਂ ਆਪਾਂ ਕੀ ਕਰਾਂਗੇ, ਉਹਨੂੰ ਉਹਦੇ ਢਿੱਲੇ ਕੱਪੜਿਆਂ ਨੂੰ ਫੜ ਕੇ ਖਿੱਚਣਾ ਹੋਇਆ। ਉਹਨੂੰ ਢਿੱਲੇ ਕੱਪੜਿਆਂ ਤੋਂ ਫੜ ਕੇ, ਜਿਵੇਂ ਪਜਾਮਾ ਪਾਇਆ, ਪੈਂਟ ਪਾਈ, ਪੈਂਟ ਨੂੰ ਪਕੜਨਾ ਉਹਦੇ, ਪਰ ਸਰੀਰ ਦੇ ਨਾਲ ਕੰਟੈਕਟ ਨਹੀਂ ਹੋਣਾ ਚਾਹੀਦਾ ਆਪਣਾ ਉਹਦੇ। ਠੀਕ ਹੈ, ਅਗਲਾ ਪੁਆਇੰਟ ਕੀ ਹੈ, ਜੇਕਰ ਸੰਭਵ ਹੋਵੇ ਤਾਂ ਤਾਰ ਦਾ ਕੰਟੈਕਟ ਖਿੱਚ ਕੇ ਜਾਂ ਕੱਟ ਕੇ ਤੋੜ ਦਿਓ। ਹੁਣ ਜੇਕਰ ਕੋਈ ਤਾਰ ਜਿਹੜੀ ਜਾ ਰਹੀ ਹੈ, ਜਿਹਦੇ ਨਾਲ ਮੰਨ ਲਓ ਤਾਰਾਂ ਜਿਹੜੀਆਂ ਆਪਣੇ ਖੰਭੇ ਲੱਗੇ ਹੁੰਦੇ ਆ, ਜੇ ਉਹਨਾਂ ਦੀ ਤਾਰ ਨਾਲ ਮਤਲਬ ਬੰਦਾ ਟੱਚ ਕਰ ਗਿਆ
ਤੇ ਉਹ ਆਪਾਂ ਤਾਰ ਨੂੰ ਵੀ ਤੋੜ ਸਕਦੇ ਹਾਂ। ਪਰ ਸਭ ਤੋਂ ਪਹਿਲਾਂ ਕਿ ਆਪਣੇ ਆਪ ਨੂੰ ਇਨਸੂਲੇਟ ਕਰਨਾ, ਆਪਾਂ ਸੁੱਕੀ ਲੱਕੜੀ ਲੈ ਕੇ ਤਾਰ ਨੂੰ ਕੱਟਦੇ ਹੋਏ ਜਿਵੇਂ ਵੀ ਕਰ ਸਕਦੇ ਹਾਂ, ਤਾਰ ਨੂੰ ਉਸ ਬੰਦੇ ਦਾ ਕੰਟੈਕਟ ਤੋੜਨ ਦੀ ਕੋਸ਼ਿਸ਼ ਕਰਨੀ ਹੈ। ਜਿਹੜੀਆਂ ਹਾਈ ਵੋਲਟੇਜ ਦੀਆਂ ਤਾਰਾਂ ਵਾ, ਜਿੱਥੇ ਜੇ ਬੰਦਾ ਉੱਥੇ ਟੱਚ ਕਰ ਗਿਆ, ਹਾਈ ਵੋਲਟੇਜ ਤਾਰਾਂ ਨਾਲ ਚੁੰਬੜਿਆ ਵਾ, ਤਾਂ ਆਪਾਂ ਕੀ ਕਰ ਸਕਦੇ ਹਾਂ, ਉਹਨਾਂ ਤਾਰਾਂ ਨੂੰ ਆਪਾਂ ਸ਼ਾਰਟ ਸਰਕਟ ਕਰਕੇ ਵੀ ਉਡਾ ਸਕਦੇ ਹਾਂ। ਇਹਦੇ ਨਾਲ ਵੀ ਬਿਜਲੀ ਬੰਦ, ਉਹ ਤਾਰਾਂ ਨੂੰ ਸ਼ਾਰਟ ਸਰਕਟ ਕਰ ਸਕਦੇ ਹਾਂ, ਠੀਕ ਹੈ, ਸ਼ਾਰਟ ਕਰ ਸਕਦੇ ਹਾਂ ਅਤੇ ਬਿਜਲੀ ਬੰਦ ਕਰ ਸਕਦੇ ਹਾਂ, ਠੀਕ ਹੈ। ਇਹ ਸੀਗਾ ਮਨੁੱਖ ਨੂੰ ਲਿਵ ਤਾਰ ਨਾਲੋਂ ਕਿਵੇਂ ਛੁਡਾਵਾਂਗੇ ਆਪਾਂ, ਠੀਕ ਹੈ। ਹੁਣ ਕਈ ਵਾਰੀ ਕੀ ਹੁੰਦਾ, ਜਿਹੜਾ ਮਨੁੱਖ ਹੈ ਉਹ ਰੋਗੀ, ਜਿਹੜਾ ਮਨੁੱਖ ਹੈ ਉਹ ਮੰਨ ਲਓ ਲਿਵ ਤਾਰ ਦੇ ਨਾਲ ਚੁੰਬੜ ਗਿਆ, ਠੀਕ ਹੈ, ਉਸ ਨੂੰ ਤੁਸੀਂ ਤਾਰ ਲਿਆ, ਪਰ ਫਿਰ ਵੀ ਕੀ ਹੁੰਦਾ, ਉਹ ਬੇਹੋਸ਼ ਹੋ ਜਾਂਦਾ ਵਾ। ਕਾਫੀ ਦੇਰ ਲੱਗਿਆ ਰਹਿ ਗਿਆ ਨਾ, ਉਹਦੇ ਨਾਲ ਕੀ ਹੁੰਦਾ, ਕਈ ਵਾਰ ਬੇਹੋਸ਼ ਹੋ ਜਾਂਦਾ ਉਹ, ਅਤੇ ਉਹਦਾ ਸਾਹ ਰੁਕ ਜਾਂਦਾ ਵਾ, ਸਾਹ ਰੁਕਣਾ ਸ਼ੁਰੂ ਹੋ ਜਾਂਦਾ ਉਹਦਾ। ਪਰ ਜਿਹੜਾ ਹੋਇਆ ਦਿਲ ਹੈ ਉਹ ਹਜੇ ਵੀ ਧੜਕ ਰਿਹਾ ਹੁੰਦਾ, ਮਤਲਬ ਉਹ ਜਾਨ ਤਾਂ ਹੁੰਦੀ ਹੈ ਪਰ ਬੇਹੋਸ਼ੀ ਦੀ ਹਾਲਤ ਵਿੱਚ ਹੁੰਦਾ ਵਾ, ਠੀਕ ਹੈ। ਹੁਣ ਇਸ ਹਾਲਤ ਵਿੱਚ ਤਾਂ ਡਾਕਟਰ ਨੇ ਕੰਮ ਕਰਨਾ, ਪਰ ਕਈ ਵਾਰ ਡਾਕਟਰ ਕੀ ਹੁੰਦਾ, ਆਪਾਂ ਨੂੰ ਬੁਲਾਉਣ 'ਚ ਵੀ ਟਾਈਮ ਲੱਗ ਜਾਂਦਾ, ਅਤੇ ਡਾਕਟਰ ਆਉਂਦੇ ਆਉਂਦੇ ਟਾਈਮ ਲੱਗ ਜਾਂਦਾ, ਠੀਕ ਹੈ। ਉਹਨੂੰ ਆਪਾਂ ਨੂੰ ਉਨੀ ਦੇਰ ਆਪਾਂ ਨੂੰ ਜਿਹੜੀ ਸਹਾਇਤਾ, ਮੁੱਢਲੀ ਸਹਾਇਤਾ ਦੇਣੀ ਚਾਹੀਦੀ ਹੈ। ਮੁੱਢਲੀ ਸਹਾਇਤਾ ਕਿਵੇਂ ਦੇ ਸਕਦੇ ਹਾਂ, ਜਿਹਨੂੰ ਆਪਾਂ ਕਹਾਂਗੇ ਬਨਾਵਟੀ ਸਾਹ ਦੇਣਾ। ਬਨਾਵਟੀ ਸਾਹ ਦੇਣ ਦੀਆਂ ਵਿਧੀਆਂ ਵਾ ਕਈ। ਜਿਹੜੀ ਪਹਿਲੀ ਵਿਧੀ ਦੇਖੋ, ਪਹਿਲੀ ਵਿਧੀ ਕੀ ਹੈ, ਪਹਿਲੀ ਵਿਧੀ ਦੇਖੋ, ਪਹਿਲੀ ਵਿਧੀ 'ਚ ਕੀ ਕਰਦੇ ਆਪਾਂ, ਮਰੀਜ਼ ਨੂੰ ਉਲਟਾ ਲਟਾ ਦਿੰਦੇ ਹਾਂ, ਮਤਲਬ ਪੇਟ ਦੇ ਭਾਰ, ਜਿਵੇਂ ਆਪਾਂ ਤੁਸੀਂ ਫਿਗਰ ਦੇਖ ਸਕਦੇ ਨਾ, ਪਿੱਠ ਦੇ ਭਾਰ ਨਹੀਂ ਲਟਾਉਣਾ, ਪੇਟ ਦੇ ਭਾਰ ਲਟਾ ਦੇਣਾ ਮਰੀਜ਼ ਨੂੰ। ਜਿਵੇਂ ਦੇਖੋ ਫਿਗਰ ਬਣੀ ਹੈ, ਪਹਿਲੀ ਫਿਗਰ 1.1 ਫਿਗਰ ਹੈ, ਅੰਦਰ ਸਾਹ ਆਉਣ ਦੀ ਪ੍ਰਕਿਰਿਆ, ਠੀਕ ਹੈ। ਇਸ ਤਰੀਕੇ ਨਾਲ ਮਰੀਜ਼ ਨੂੰ ਲਟਾ ਦਾਂਗੇ। ਕੀ ਕਰਾਂਗੇ, ਉਹਦਾ ਮੂੰਹ ਇੱਕ ਪਾਸੇ ਕਰਾਂਗੇ ਅਤੇ ਬਾਹਾਂ ਅੱਗੇ ਵੱਲ ਨੂੰ ਫੈਲਾ ਦਾਂਗੇ, ਜਿਵੇਂ ਫਿਗਰ 'ਚ ਤੁਹਾਨੂੰ ਦਿਖਾਇਆ ਵਾ, ਠੀਕ ਹੈ। ਅਤੇ ਆਪਾਂ ਕੀ ਕਰਾਂਗੇ, ਇੱਕ ਜਣਾ ਜਿਹਨੇ ਵੀ ਇਹ ਕਰਨੀ ਕਿਰਿਆ ਕਰਨੀ ਹੈ, ਇੱਕ ਤਾਂ ਰੋਗੀ ਹੋ ਗਿਆ ਨਾ, ਪੇਸ਼ੈਂਟ ਹੋ ਗਿਆ, ਇੱਕ ਆਪਾਂ ਹੋ ਗਏ, ਮੰਨ ਲਓ ਆਪਾਂ ਉਹਦਾ ਮਰੀਜ਼ ਦਾ ਇਲਾਜ ਕਰ ਰਹੇ ਹਾਂ, ਤਾਂ ਆਪਾਂ ਕੀ ਕਰਾਂਗੇ, ਮਰੀਜ਼ ਦੇ ਇੱਕ ਪਾਸੇ ਆਸਾਨੀ ਨਾਲ ਬੈਠ ਕੇ ਕੀ ਕਰਾਂਗੇ, ਆਪਣੇ ਦੋਨੇ ਹੱਥਾਂ ਦੀਆਂ ਉਂਗਲੀਆਂ, ਜਿਹੜੀਆਂ ਉਹਦੀਆਂ ਪਸਲੀਆਂ ਵਾ, ਉਹਦੀਆਂ ਪਸਲੀਆਂ ਨੂੰ ਦਬਾਵਾਂਗੇ, ਆਪਣੀ ਦੋਨੇ ਹੱਥਾਂ ਦੀਆਂ ਉਂਗਲੀਆਂ ਨਾਲ ਉਹਦੀਆਂ ਪਸਲੀਆਂ ਨੂੰ ਉੱਪਰ ਫੈਲਾਵਾਂਗੇ। ਇਸ ਤਰੀਕੇ ਨਾਲ ਫੈਲਾਵਾਂਗੇ ਕਿ ਜਿਹੜੇ ਆਪਣੇ ਅੰਗੂਠੇ ਆਪਸ ਜੁੜ ਜਾਣਗੇ। ਦੋ ਹੱਥ ਹੈ ਨਾ ਆਪਣੇ, ਦੋਨੇ ਹੱਥਾਂ ਨਾਲ ਆਪਾਂ ਉਹਦੀ ਪਸਲੀਆਂ ਦੇ ਉੱਤੇ ਹੱਥ ਰੱਖਾਂਗੇ ਅਤੇ ਆਪਦੇ ਅੰਗੂਠੇ ਜੋੜ ਦਾਂਗੇ, ਠੀਕ ਹੈ। ਫਿਰ ਆਪਾਂ ਕੀ ਕਰਾਂਗੇ, ਮੋਢਿਆਂ ਦੇ ਭਾਰ ਹੋ ਗਏ, ਫਿਰ ਆਪਾਂ ਮਤਲਬ ਥੋੜ੍ਹਾ ਜ਼ੋਰ ਲਾਵਾਂਗੇ, ਮੋਢਿਆਂ ਦੇ ਭਾਰ ਉਹਨੂੰ ਪ੍ਰੈਸ ਕਰਾਂਗੇ ਆਪਣੇ ਸਰੀਰ ਦੇ ਵਜਨ ਨਾਲ। ਫਿਰ ਉਸ ਨੂੰ ਆਪਾਂ ਕੀ ਕਰਾਂਗੇ, ਮੋਢਿਆਂ ਦੇ ਭਾਰ ਹੋ ਕੇ ਆਪਣੇ ਸਰੀਰ ਦੇ ਵਜਨ ਨਾਲ, ਠੀਕ ਹੈ, ਮਰੀਜ਼ ਦੀਆਂ ਪਸਲੀਆਂ ਦੇ ਉੱਪਰ ਦਬਾਅ ਪਾਵਾਂਗੇ। ਕਿੰਨੀ, ਥੋੜ੍ਹੀ ਦੇਰ ਲਈ ਪਾਵਾਂਗੇ, ਸਿਰਫ 2-3 ਸੈਕਿੰਡ ਲਈ ਪਾਵਾਂਗੇ। ਫਿਰ ਕੀ ਕਰਾਂਗੇ, 2-3 ਸੈਕਿੰਡ ਲਈ ਪਾ ਕੇ ਦਬਾਅ ਫਿਰ ਆਪਾਂ ਛੱਡ ਦੇਵਾਂਗੇ, ਠੀਕ ਹੈ। ਪਹਿਲਾਂ ਪਾਵਾਂਗੇ ਦਬਾਅ, ਫਿਰ ਛੱਡ ਦਾਂਗੇ। ਇਹ ਕਿਰਿਆ ਆਪਾਂ ਵਾਰੀ ਕਰਾਂਗੇ, ਮਤਲਬ 15-20 ਵਾਰੀ ਕਰਾਂਗੇ 1 ਮਿੰਟ ਦੇ ਵਿੱਚ। ਕਦੋਂ ਤੱਕ ਕਰਾਂਗੇ, ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦਾ, ਠੀਕ ਹੈ। ਇਹ ਕਿਰਿਆ ਆਪਾਂ 15-20 ਵਾਰੀ ਕਰ ਸਕਦੇ ਹਾਂ, ਠੀਕ ਹੈ। ਅਤੇ ਇਹ ਕਰਨ ਦੇ ਨਾਲ ਹੋ ਸਕਦਾ ਮਰੀਜ਼ ਨੂੰ ਸਾਹ ਆ ਜਾਵੇ, ਠੀਕ ਹੈ। ਇਸ ਨੂੰ ਆਪਾਂ ਕੀ ਕਹਿੰਦੇ, ਸਿਫਰ ਵਿਧੀ ਕਿਹਾ ਜਾਂਦਾ। ਇਸ ਵਿਧੀ ਨੂੰ ਆਪਾਂ ਕੀ ਕਹਿੰਦੇ, ਸਿਫਰ ਵਿਧੀ ਕਹਿੰਦੇ ਹਾਂ। ਦੁਬਾਰਾ ਸੁਣ ਲਓ, ਇਹ 'ਚ ਕੀ ਕਰਦੇ ਹਾਂ ਆਪਾਂ, ਰੋਗੀ ਨੂੰ ਲਟਾ ਦਿੰਦੇ ਪੇਟ ਦੇ ਭਾਰ, ਉਹਦੀਆਂ ਬਾਹਾਂ ਅੱਗੇ ਫੈਲਾ ਦਿੰਦੇ, ਜਿਵੇਂ ਤੁਹਾਨੂੰ ਡਾਇਗਰਾਮ ਦੱਸਿਆ ਵਾ, ਠੀਕ ਹੈ। ਮਰੀਜ਼ ਦੇ ਆਪਾਂ ਇੱਕ ਪਾਸੇ ਆਸਾਨੀ ਨਾਲ ਬੈਠ ਜਾਵਾਂਗੇ ਅਤੇ ਆਪਾਂ ਮੋਢਿਆਂ ਭਾਰ ਹੋ ਕੇ ਆਪਣੇ ਸਰੀਰ ਦਾ ਵਜਨ ਨਾਲ ਕੀ ਕਰਾਂਗੇ, ਉਹਦੀਆਂ ਜਿਹੜੀਆਂ ਪਸਲੀਆਂ ਵਾ ਉਹਦੇ ਉੱਪਰ ਦਬਾਅ ਪਾਵਾਂਗੇ। ਜਿਹੜੇ ਮਰੀਜ਼ ਦੀਆਂ ਪਸਲੀਆਂ ਵਾ, ਮੋਢਿਆਂ ਦੇ ਭਾਰ ਹੋ ਕੇ ਆਪਣੇ ਸਰੀਰ ਦਾ ਵਜਨ ਉਹਦੀ ਪਸਲੀਆਂ ਉੱਪਰ ਪਾਵਾਂਗੇ, ਪਰ ਜ਼ਿਆਦਾ ਦੇਰ ਲਈ ਨਹੀਂ ਪਾਵਾਂਗੇ, ਸਿਰਫ 2-3 ਸੈਕਿੰਡ ਲਈ ਪਾਵਾਂਗੇ। ਫਿਰ ਉਸ ਤੋਂ ਬਾਅਦ ਕੀ 2-3 ਸੈਕਿੰਡ ਲਈ ਛੱਡ ਦੇਵਾਂਗੇ। ਪਹਿਲਾਂ 2-3 ਸੈਕਿੰਡ ਲਈ ਪਾਵਾਂਗੇ, ਫਿਰ 2-3 ਸੈਕਿੰਡ ਲਈ ਛੱਡ ਦਾਂਗੇ, ਤਾਂ ਕਿ ਕੀ ਹੋਊਗਾ, ਜਿਹੜੇ ਫੇਫੜਿਆਂ ਦੇ ਵਿੱਚ ਜਿਹੜੀ ਹਵਾ ਬਾਹਰ ਆਵੇ, ਪਹਿਲਾਂ ਅੰਦਰ ਜਾਊਗੀ ਹਵਾ, ਠੀਕ ਹੈ। ਅੰਦਰ ਜਾਂਦੀ ਨਾ ਇੱਕ ਵਾਰੀ ਹਵਾ, ਸਾਹ ਜਦੋਂ ਆਪਾਂ ਲੈਂਦੇ ਹਾਂ ਫਿਰ ਬਾਹਰ ਆਉਂਦੀ ਹੈ, ਠੀਕ ਹੈ। ਇਸ ਤਰੀਕੇ ਨਾਲ ਜਦੋਂ ਭਾਰ ਪਾਵਾਂਗੇ ਅੰਦਰ ਜਾਊਗੀ, ਫਿਰ ਛੱਡਾਂਗੇ ਤਾਂ ਉਹ ਹਵਾ ਬਾਹਰ ਆਊਗੀ, ਠੀਕ ਹੈ। ਇਸ ਨਾਲ ਕਰਨ ਦੇ ਨਾਲ ਕੀ ਹੋਊਗਾ, ਜਿਹੜੇ ਮਰੀਜ਼ ਦੇ ਫੇਫੜੇ ਆ ਉਹ ਫੇਫੜੇ ਫੈਲਣਗੇ ਅਤੇ ਸੁੰਗੜਨਗੇ। ਇਸ ਦੇ ਨਾਲ ਕੀ ਹੋਊਗਾ, ਜਿਹੜੇ ਮਰੀਜ਼ ਦੇ ਫੇਫੜੇ ਫੈਲਣੇ ਅਤੇ ਸੁੰਗੜਨੇ ਸ਼ੁਰੂ ਹੋ ਜਾਣਗੇ। ਉਹੀ ਫੇਫੜੇ ਫੈਲਣੇ ਫੇਫੜੇ ਫੈਲਣ ਅਤੇ ਸੁੰਗੜਨ ਨੂੰ ਕਿਰਿਆ ਨੂੰ ਆਪਾਂ ਕੀ ਕਹਿੰਦੇ, ਸਾਹ ਲੈਣ ਦੀ ਕਿਰਿਆ ਕਹਿੰਦੇ ਨਾ। ਸਾਹ ਜਦੋਂ ਆਪਾਂ ਲੈਂਦੇ ਉਹਦੇ ਵੀ ਫੇਫੜੇ ਆਪਣੇ ਫੈਲਦੇ ਅਤੇ ਸੁੰਗੜਦੇ ਆ, ਠੀਕ ਹੈ। ਇਹ ਕਿਰਿਆ ਕੀ ਕਰਾਂਗੇ ਆਪਾਂ 1 ਮਿੰਟ ਦੇ ਵਿੱਚ 15 ਤੋਂ 20 ਵਾਰੀ ਕਰਾਂਗੇ। ਇਸ ਨੂੰ ਆਪਾਂ ਕੀ ਕਹਿੰਦੇ ਹਾਂ, ਸਿਫਰ ਵਿਧੀ ਵੀ ਕਿਹਾ ਜਾਂਦਾ। ਪਹਿਲੀ ਵਿਧੀ ਆ ਸਿਫਰ ਵਿਧੀ। ਅੱਗੇ ਦੂਸਰੀ ਵਿਧੀ। ਇਸ ਵਿਧੀ ਵਿੱਚ ਕੀ ਕਰਦੇ ਆਪਾਂ, ਮਰੀਜ਼ ਨੂੰ ਪਿੱਠ ਦੇ ਭਾਰ ਲਟਾ ਦਿੰਦੇ ਹਾਂ, ਠੀਕ ਹੈ। ਉਹਦੇ ਮੋਢਿਆਂ ਵਾਲੇ ਪਾਸੇ ਆਪਾਂ ਮਤਲਬ ਉਹਦੇ ਪਿੱਠ ਦੇ ਭਾਰ ਲਟਾ ਦਾਂਗੇ। ਉਹਦੇ ਮੋਢਿਆਂ ਥੱਲੇ ਆਪਾਂ ਕੀ ਕਰਾਂਗੇ, ਇੱਕ ਸਿਰਹਾਣਾ ਜਾਂ ਕੰਬਲ ਰੱਖ ਦਾਂਗੇ। ਉਹਦੇ ਮੋਢਿਆਂ ਦੇ ਥੱਲੇ ਆਪਾਂ ਕੀ ਰੱਖਾਂਗੇ, ਸਿਰਹਾਣਾ ਜਾਂ ਕੰਬਲ ਰੱਖ ਦਾਂਗੇ। ਇਸ ਵਿਧੀ 'ਚ ਕੀ ਕਰਦੇ ਆ, ਜਿਹੜੇ ਮਰੀਜ਼ ਦੀ ਸਹਾਇਤਾ ਕਰਨੀ ਹੈ, ਠੀਕ ਹੈ, ਜਿਹੜਾ ਮਰੀਜ਼ ਦੀ ਹੈਲਪ ਕਰ ਰਿਹਾ, ਜਿਹੜਾ ਸਹਾਇਤਾ ਕਰ ਰਿਹਾ, ਉਹ ਕੀ ਕਰੂਗਾ, ਮਰੀਜ਼ ਦੇ ਪਿੱਛੇ ਗੋਡਿਆਂ ਭਾਰ ਬੈਠ ਜੂਗਾ, ਠੀਕ ਹੈ। ਮਰੀਜ਼ ਦੇ ਪਿੱਛੇ ਕੀ ਕਰੂਗਾ, ਗੋਡਿਆਂ ਭਾਰ ਬਹਿ ਕੇ ਉਹਦੀਆਂ ਜਿਹੜੀਆਂ ਦੋਵੇਂ ਬਾਹਾਂ ਵਾ
ਦੋਵੇਂ ਬਾਹਾਂ ਨੂੰ ਕਲਾਈਆਂ ਤੋਂ ਫੜਨਾ, ਉਹਦੀ ਕੂਣੀਆਂ ਤੋਂ ਫੜ ਕੇ ਕੀ ਕਰੂਗਾ, ਉਹਦੇ ਸਿਰ ਦੇ ਦੁਆਲੇ ਲਗਾਊਗਾ। ਠੀਕ ਹੈ, ਜਿਹੜਾ ਬੰਦਾ ਵਾ ਜਿਹਨੇ ਉਹਦੀ ਹੈਲਪ ਕਰਨੀ ਹੈ, ਜਿਹਨੇ ਉਹਨੂੰ ਮੁੱਢਲੀ ਸਹਾਇਤਾ ਦੇਣੀ, ਉਹ ਕੀ ਕਰੂਗਾ, ਮਰੀਜ਼ ਦੇ ਪਿੱਛੇ ਬਹਿ ਕੇ ਗੋਡਿਆਂ ਭਾਰ ਬਹਿ ਕੇ ਕੀ ਕਹੂਗਾ, ਉਹਨੂੰ ਜਿਹੜੀ ਉਹਦੀ ਬਾਹਾਂ ਵਾ ਉਹਨੂੰ ਕਲਾਈਆਂ ਤੋਂ ਫੜ ਲੂਗਾ, ਕੂਣੀ ਤੋਂ ਫੜ ਕੇ ਕੀ ਕਰੂਗਾ, ਉਹਨੂੰ ਸਿਰ ਦੇ ਦੁਆਲੇ ਲਗਾਊਗਾ, ਜਿਵੇਂ ਤੁਹਾਨੂੰ ਡਾਇਗਰਾਮ ਦਿਖਾਇਆ ਵਾ ਦੇਖੋ। ਠੀਕ ਹੈ, ਉਹਨੂੰ ਕੀ ਕਰੂਗਾ, ਸਿਰ ਦੇ ਦੁਆਲੇ ਲਗਾਊਗਾ। ਠੀਕ ਹੈ, ਫਿਰ ਕੀ ਕਰੂਗਾ, ਉਹ ਪਹਿਲਾਂ ਸਿਰ ਦੇ ਦੁਆਲੇ ਦੋ ਤਿੰਨ ਸੈਕਿੰਡ ਲਈ ਲਗਾਈ ਰੱਖੂਗਾ। ਉਸ ਤੋਂ ਬਾਅਦ ਕੀ ਕਰੂਗਾ, ਉਹੀ ਵਿਅਕਤੀ ਕੀ ਕਰੂਗਾ, ਜਿਹੜੀਆਂ ਮਰੀਜ਼ ਦੀਆਂ ਬਾਹਾਂ ਨੂੰ ਉਹਦੀ ਛਾਤੀ ਉੱਪਰ ਜਿਵੇਂ 2-3 ਸੈਕਿੰਡ ਲਈ ਲਗਾਊਗਾ, ਜਿਵੇਂ ਡਾਇਗਰਾਮ ਦਿਖਾਇਆ ਤੁਸੀਂ ਦੇਖ ਸਕਦੇ ਹੋ। ਫਿਰ ਉਹ ਪਹਿਲਾਂ ਬਾਹਾਂ ਸਿਰ ਦੇ ਦੁਆਲੇ ਸੀਗੀਆਂ, ਹੁਣ ਛਾਤੀ ਦੇ ਦੁਆਲੇ ਲੈ ਕੇ ਜਾਊਗਾ। ਠੀਕ ਹੈ, ਇਹ ਵੀ ਕਿਰਿਆ ਕੀ ਕਰੂਗਾ, 1 ਮਿੰਟ ਦੇ ਵਿੱਚ 15-20 ਵਾਰੀ ਕਰੂਗਾ। ਇਹਦੇ ਵਿੱਚ ਇਸ ਕਿਰਿਆ ਦੇ ਵਿੱਚ ਆਪਾਂ ਨੂੰ 2 ਬੰਦਿਆਂ ਦੀ ਜ਼ਰੂਰਤ ਪੈਂਦੀ, ਜਿਨ੍ਹਾਂ ਨੇ ਹੈਲਪ ਕਰਨੀ ਹੈ 2 ਜਣੇ ਚਾਹੀਦੇ ਹੈ। ਇੱਕ ਬੰਦਾ ਕੀ ਕਰੂਗਾ, ਠੀਕ ਹੈ, ਜਿਹੜੀ ਮਰੀਜ਼ ਦੀ ਜਿਹੜੀ ਜੀਭ ਹੈ ਉਹ ਕੀ ਕਰੂਗਾ, ਗਲੇ ਤੋਂ ਬਾਹਰ ਰੱਖਣੀ ਜ਼ਰੂਰੀ ਹੈ। ਜਿਹੜੀ ਮਰੀਜ਼ ਦੀ ਜੀਭ ਹੈ ਉਹ ਬਾਹਰ ਰੱਖਣੀ ਜ਼ਰੂਰੀ ਹੈ, ਕਿਉਂਕਿ ਆਪਾਂ ਕਈ ਵਾਰ ਦੇਖਦੇ ਨਾ ਦੰਦਲ ਪੈ ਜਾਂਦੀ ਹੈ, ਮਨੁੱਖ ਨੂੰ ਦੰਦਲ ਪੈ ਜਾਂਦੀ ਜਦੋਂ ਕਰੰਟ ਲੱਗਦਾ ਵਾ, ਤੇ ਉਹਦੀ ਜੀਭ ਨੂੰ ਬਾਹਰ ਕੱਢਣਾ ਵਾ। ਠੀਕ ਹੈ, ਤਾਂ ਕਿ ਜਿਹੜਾ ਹਵਾ ਦੇ ਅੰਦਰ ਜਾਣ ਦਾ ਰਸਤਾ ਬੰਦ ਨਾ ਹੋਵੇ, ਕਿਉਂਕਿ ਹਵਾ ਦਾ ਰਸਤਾ ਬੰਦ ਹੋ ਜਾਊਗਾ ਨਾ, ਜੇ ਜੀਭ ਦਾ ਮੂੰਹ ਬੰਦ ਹੋ ਗਿਆ, ਜੀਭ ਅੰਦਰ ਹੀ ਹੈ, ਤੇ ਹਵਾ ਦਾ ਰਸਤਾ ਅੰਦਰ ਜਾਣ ਆਉਣ ਦਾ ਬੰਦ ਹੋ ਜਾਊਗਾ। ਠੀਕ ਹੈ, ਇਸ ਵਿਧੀ ਨੂੰ ਆਪਾਂ ਕੀ ਕਹਿੰਦੇ ਹਾਂ, ਸਿਲਵੈਸਟਰ ਵਿਧੀ ਕਿਹਾ ਜਾਂਦਾ। ਇਸ ਵਿਧੀ ਨੂੰ ਕੀ ਕਹਿੰਦੇ ਹਾਂ, ਸਿਲਵੈਸਟਰ ਵਿਧੀ ਕਹਿੰਦੇ ਹਾਂ। ਠੀਕ ਹੈ, ਦੂਸਰੀ ਵਿਧੀ। ਹੁਣ ਤੀਸਰੀ ਵਿਧੀ ਕੀ ਹੈ, ਤੀਸਰੀ ਵਿਧੀ 2 ਪਾਰਟ ਹੈ। ਇੱਕ ਤਾਂ ਹੈਗਾ ਮਰੀਜ਼ ਦੇ ਮੂੰਹ ਨਾਲ ਮੂੰਹ ਲਗਾ ਕੇ। ਠੀਕ ਹੈ, ਮਰੀਜ਼ ਦੇ ਮੂੰਹ ਨਾਲ ਮੂੰਹ ਲਗਾ ਕੇ ਕੀ ਕਰਾਂਗੇ ਆਪਾਂ, ਜਿਹੜਾ ਆਪਣਾ ਜਿਹੜਾ ਸਾਹ ਹੈ, ਆਪਾਂ ਕੀ ਕਰਾਂਗੇ, ਰੋਗੀ ਦੇ ਮੂੰਹ ਨਾਲ ਮੂੰਹ ਲਗਾ ਕੇ ਕੀ ਆਪਣੀ ਹਵਾ ਨੂੰ ਉਹਦੇ ਅੰਦਰ ਸਿੱਟਾਂਗੇ, ਉਹਦੇ ਫੇਫੜੇ ਦੇ ਅੰਦਰ ਭਰਾਂਗੇ। ਠੀਕ ਹੈ, ਫਿਰ ਆਪਾਂ ਕੀ ਕਰਾਂਗੇ, ਆਪਣਾ ਮੂੰਹ ਹਟਾ ਲਵਾਂਗੇ। ਆਪਾਂ ਕੀ ਕਰਾਂਗੇ, ਜੇ ਪਹਿਲਾਂ ਆਪਾਂ ਮਰੀਜ਼ ਦੇ ਕੀ ਕਰਾਂਗੇ, ਆਪਾਂ ਆਪਣਾ ਮੂੰਹ ਪਹਿਲਾਂ ਸਾਫ਼ ਕਰਾਂਗੇ। ਠੀਕ ਹੈ, ਆਪਣਾ ਮੂੰਹ ਵਗੈਰਾ ਸਾਫ਼ ਕਰਕੇ ਰੋਗੀ ਦਾ ਵੀ ਮੂੰਹ ਸਾਫ਼ ਕਰ ਲਾਂਗੇ। ਉਸ ਤੋਂ ਬਾਅਦ ਕੀ ਕਰਾਂਗੇ, ਆਪਣੇ ਮੂੰਹ ਦੇ ਨਾਲ ਜਿਹੜੀ ਆਪਣੀ ਹਵਾ ਹੈ ਆਪਾਂ ਉਹਦੇ ਫੇਫੜੇ ਦੇ ਅੰਦਰ ਭਰਾਂਗੇ, ਭਰ ਕੇ। ਠੀਕ ਹੈ, ਉਹ ਵੀ 2-3 ਸੈਕਿੰਡ ਲਈ ਭਰਤੀ, ਫਿਰ ਆਪਾਂ 2-3 ਸੈਕਿੰਡ ਲਈ ਆਪਦਾ ਮੂੰਹ ਹਟਾ ਲਾਂਗੇ, ਤਾਂ ਕਿ ਕੀ ਹੈ ਕਿ ਜਿਹੜੀ ਅੰਦਰ ਹਵਾ ਭਰੀ ਉਹ ਬਾਹਰ ਆ ਸਕੇ। ਠੀਕ ਹੈ, ਇਹ ਕਿਰਿਆ ਕੀ ਕਰਾਂਗੇ ਆਪਾਂ 10-15 ਵਾਰੀ ਕਰਾਂਗੇ 1 ਮਿੰਟ ਦੇ ਵਿੱਚ। ਇਹਦੇ ਨਾਲ ਕੀ ਹੋਊਗਾ, ਹੌਲੀ ਹੌਲੀ ਹੋ ਸਕਦਾ ਰੋਗੀ ਨੂੰ ਸਾਹ ਆਉਣਾ ਸ਼ੁਰੂ ਹੋ ਜਾਵੇ। ਇਹ ਤਾਂ ਸੀਗਾ ਆਪਾਂ ਮੂੰਹ ਲਗਾ ਕੇ। ਠੀਕ ਹੈ, ਹੁਣ ਆਪਾਂ ਇਹੀ ਕਿਰਿਆ ਜਿਹੜੀ ਹੈਗੀ ਆਪਾਂ ਨੱਕ ਦੇ ਰਾਹੀਂ ਵੀ ਕਰ ਸਕਦੇ ਹਾਂ, ਮਤਲਬ ਆਪਣਾ ਮੂੰਹ ਉਹਦੇ ਨੱਕ ਨੂੰ ਲਗਾਵਾਂਗੇ, ਨੱਕ ਵਿੱਚੋਂ ਦੀ ਆਪਾਂ ਉਹਨੂੰ ਹਵਾ ਭਰਾਂਗੇ। ਠੀਕ ਹੈ, ਆਪਾਂ ਕੀ ਕਰਾਂਗੇ, ਆਪਣੇ ਮੂੰਹ ਨੂੰ ਕੀ ਕਰਾਂਗੇ, ਰੋਗੀ ਦੇ ਨੱਕ ਨਾਲ ਲਗਾਵਾਂਗੇ। ਠੀਕ ਹੈ, ਇਸ ਤਰੀਕੇ ਦੇ ਨਾਲ ਹੀ ਆਪਾਂ ਹਵਾ ਉਹਦੀ ਆਪਣੀ ਜਿਹੜੀ ਹਵਾ ਉਹਦੇ ਅੰਦਰ ਭਰਾਂਗੇ। ਠੀਕ ਹੈ, ਫਿਰ ਆਪਾਂ ਹਵਾ ਭਰ ਕੇ ਕੀ ਫਿਰ ਆਪਣਾ ਮੂੰਹ ਹਟਾ ਲਾਵਾਂਗੇ, ਤਾਂ ਕਿ ਜਿਹੜੀ ਹਵਾ ਬਾਹਰ ਆ ਸਕੇ, ਤਾਂ ਕਿ ਇਹ ਹਵਾ ਜਿਹੜੀ ਬਾਹਰ ਆਵੇ, ਫੇਫੜੇ ਤਾਂ ਹੀ ਫੈਲਣਗੇ, ਸੁੰਘਣਗੇ ਨਾ। ਇਹ ਵੀ ਕਿਰਿਆ ਕੀ ਕਰਾਂਗੇ ਆਪਾਂ 12 ਤੋਂ 15 ਵਾਰੀ ਕਰਾਂਗੇ 1 ਮਿੰਟ ਦੇ ਵਿੱਚ। ਠੀਕ ਹੈ, ਇਸ ਕਿਰਿਆ 'ਚ ਕੀ ਕਰਾਂਗੇ ਆਪਾਂ, ਮਰੀਜ਼ ਦਾ ਜੇ ਨੱਕ ਦੇ ਰਾਹੀਂ ਆਪਾਂ ਹਵਾ ਭਰਾਂਗੇ, ਉਹਦਾ ਆਪਾਂ ਮੂੰਹ ਬੰਦ ਕਰਾਂਗੇ। ਠੀਕ ਹੈ, ਇਸ ਕਿਰਿਆ ਦੌਰਾਨ ਉਹਦਾ ਮੂੰਹ ਬੰਦ ਕਰਨਾ ਪਊਗਾ ਆਪਾਂ ਨੂੰ। ਇਸ ਕਿਰਿਆ ਦੌਰਾਨ ਆਪਾਂ ਕੀ ਕਰਾਂਗੇ, ਮਰੀਜ਼ ਦੇ ਮੂੰਹ ਨੂੰ ਜਦੋਂ ਆਪਾਂ ਹਵਾ ਅੰਦਰ ਭਰਾਂਗੇ ਉਸ ਟਾਈਮ 'ਤੇ ਆਪਾਂ ਨੂੰ ਉਹਦਾ ਮੂੰਹ ਬੰਦ ਕਰਨਾ ਪਊਗਾ, ਕਿਉਂਕਿ ਆਪਾਂ ਨੱਕ ਵਿੱਚ ਦੀ ਭਰ ਰਹੇ ਹਾਂ। ਠੀਕ ਹੈ, ਇਸ ਤੋਂ ਬਾਅਦ ਹੈ ਚੌਥੀ ਵਿਧੀ। ਚੌਥੀ ਵਿਧੀ ਕੀ ਹੈ, ਚੌਥੀ ਵਿਧੀ ਹੈ, ਇਹ ਵੀ ਇੱਕ ਬਨਾਵਟੀ ਸਾਹ ਦੇਣ ਦੀ ਵਿਧੀ ਹੈ, ਪਰ ਇਹ ਵਿਧੀ ਜ਼ਿਆਦਾ ਵਧੀਆ ਹੈ। ਇਸ ਵਿਧੀ ਰਾਹੀਂ ਜੇ ਤੁਹਾਡੇ ਕੋਲ ਇਹ ਉਸ ਟਾਈਮ 'ਤੇ ਮੌਜੂਦ ਹੋਵੇ ਤਾਂ ਇਸ ਵਿਧੀ ਰਾਹੀਂ ਬੜੇ ਈਜ਼ੀਲੀ ਆਪਾਂ ਵਿਅਕਤੀ ਨੂੰ ਬਨਾਵਟੀ ਸਾਹ ਦੇ ਸਕਦੇ ਹਾਂ। ਠੀਕ ਹੈ, ਇੱਕ ਯੰਤਰ ਬਣਿਆ ਹੁੰਦਾ ਬਨਾਵਟੀ ਸਾਹ ਦੇਣ ਲਈ, ਯੰਤਰ ਬਣਿਆ ਹੁੰਦਾ, ਉਹਦੀ ਆਪਾਂ ਇਸਤੇਮਾਲ ਕਰਾਂਗੇ। ਇਹਦੇ ਵਿੱਚ ਕੀ ਹੁੰਦਾ ਹੈ, ਇੱਕ ਤੁਸੀਂ ਦੇਖੋਗੇ, ਇੱਕ ਜਿਵੇਂ ਆਪਾਂ ਦੇਖਿਆ ਨਾ, ਉਹਦੇ 'ਚ ਹੌਰਨ ਲੱਗਿਆ ਹੁੰਦਾ ਰਿਕਸ਼ਾ ਵਗੈਰਾ 'ਤੇ ਰਬੜ ਦਾ, ਉਹਨੂੰ ਆਪਾਂ ਪ੍ਰੈਸ ਕਰਦੇ ਹਾਂ। ਠੀਕ ਹੈ, ਆਵਾਜ਼ ਆਉਂਦੀ ਹੈ। ਉਸੇ ਤਰੀਕੇ ਦੇ ਉਸੇ ਸਿਧਾਂਤ ਦੇ ਉੱਤੇ ਕੰਮ ਕਰਦੇ। ਇਹਦੇ ਵਿੱਚ ਕੀ ਕਰਦੇ ਹਾਂ, ਇਹਦੇ ਵਿੱਚ ਕੀ ਹੁੰਦਾ, ਇੱਕ ਵਾਲਵ ਰਾਹੀਂ, ਰਬੜ ਦਾ ਵਾਲਵ ਹੁੰਦਾ, ਉਹਦੇ ਰਾਹੀਂ ਹਵਾ ਫਿਲਟਰ ਹੋ ਕੇ ਕੀ ਹੈ ਚੈਂਬਰ ਵਿੱਚ ਆਉਂਦੀ ਹੈ। ਠੀਕ ਹੈ, ਉਹਦੇ ਵਿੱਚ ਕੀ ਲੱਗਿਆ ਹੁੰਦਾ, ਇਨਲੈਟ ਅਤੇ ਆਊਟਲੈਟ ਵਾਲਵ ਲੱਗੇ ਹੁੰਦੇ ਹੈ। ਉਹਦੇ ਵਿੱਚ ਕੀ ਹੁੰਦਾ, ਇਨਲੈਟ ਅਤੇ ਆਊਟਲੈਟ ਵਾਲਵ ਲੱਗੇ ਹੁੰਦੇ ਹੈ। ਇਹ ਜਿਹੜੇ ਇਨਲੈਟ ਅਤੇ ਆਊਟਲੈਟ ਵਾਲਵ ਹੈ, ਇਹ ਜਿਹੜੀ ਰਬੜ ਵਾਲਵ ਹੈ, ਜਿਹੜੀ ਰਬੜ ਦੀ ਇੱਕ ਟਿਊਬ ਹੈ, ਰਬੜ ਦੀ ਟਿਊਬ ਨੂੰ ਮਤਲਬ ਜਦੋਂ ਆਪਾਂ ਦਬਾਉਂਦੇ ਹਾਂ, ਜਿਵੇਂ ਆਪਾਂ ਹੱਥ ਨਾਲ ਪ੍ਰੈਸ ਕਰਦੇ ਹਾਂ, ਹੌਰਨ ਮਾਰਦੇ ਹਾਂ, ਜਿਵੇਂ ਆਪਾਂ ਦੇਖਿਆ ਉਹਦੀ ਰਬੜ ਦੇ ਸਾਈਕਲਾਂ ਵਗੈਰਾ 'ਤੇ ਪਹਿਲਾਂ ਲੱਗੇ ਹੁੰਦੇ ਸੀਗੇ, ਰਿਕਸ਼ਾ 'ਤੇ ਵੀ। ਉਹ ਜਿਹੜੀ ਰਬੜ ਦੀ ਟਿਊਬ ਨੂੰ ਆਪਾਂ ਦਬਾਉਣ ਅਤੇ ਛੱਡਣ ਦੇ ਨਾਲ ਖੁੱਲ੍ਹਦੇ ਅਤੇ ਬੰਦ ਹੁੰਦੇ ਜਿਹੜੇ ਵਾਲਵ ਲੱਗੇ ਹੁੰਦੇ ਨੇ, ਇਨਲੈਟ ਅਤੇ ਆਊਟਲੈਟ ਵਾਲਵ, ਉਹ ਕਿਵੇਂ ਖੁੱਲ੍ਹਦੇ ਅਤੇ ਬੰਦ ਹੁੰਦੇ, ਇੱਕ ਰਬੜ ਦੀ
ਰਬੜ ਦੀ ਜਿਹੜੇ ਵਾਲਵ ਹੈ ਉਹਨੂੰ ਦਬਾਉਣ ਦੇ ਨਾਲ ਇਹ ਖੁੱਲ੍ਹਦੇ ਤੇ ਬੰਦ ਹੁੰਦੇ ਆ। ਤੇ ਫਿਰ ਕੀ ਹੁੰਦਾ, ਜਿਹੜਾ ਖੁੱਲ੍ਹਦੇ ਤੇ ਬੰਦ ਹੋਣਗੇ, ਜੇ ਹਵਾ ਨਿਕਲੂਗੀ ਬਾਹਰ, ਇਨਲੈਟ ਤੇ ਆਊਟਲੈਟ ਵਾਲਵ ਹੈ ਉਹਨਾਂ 'ਚੋਂ ਹਵਾ ਨਿਕਲੂਗੀ ਨਾ, ਪਾਸ ਹੋਊਗੀ, ਉਹ ਹਵਾ ਕੀ ਇੱਕ ਮਾਸਕ ਦੇ ਰਾਹੀਂ ਰੋਗੀ ਦੇ ਅੰਦਰ ਜਾਂਦੀ ਹੈ, ਤੇਜ਼ੀ ਨਾਲ ਅੰਦਰ ਜਾਂਦੀ ਹੈ। ਠੀਕ ਹੈ, ਹੁਣ ਜਿਵੇਂ ਆਪਾਂ ਪ੍ਰੈਸ ਕਰਾਂਗੇ ਤਾਂ ਹਵਾ ਅੰਦਰ ਜਾਊਗੀ, ਜਿਵੇਂ ਆਪਾਂ ਉਹਨੂੰ ਛੱਡ ਦਾਂਗੇ ਤਾਂ ਹਵਾ ਬਾਹਰ ਆ ਜਾਊਗੀ। ਇਸ ਤਰੀਕੇ ਨਾਲ ਆਏ ਵਾਰੀ ਵਾਰੀ ਕੰਮ ਕਰੀ ਜਾਵਾਂਗੇ। ਜਿਹੜੇ ਇਨਲੈਟ ਵਾਲਵ ਰਾਹੀਂ ਹਵਾ ਅੰਦਰ ਜਾਊਗੀ ਰੋਗੀ ਦੇ ਸਰੀਰ 'ਚ, ਆਊਟਲੈਟ ਵਾਲਵ ਰਾਹੀਂ ਬਾਹਰ ਆਊਗੀ। ਠੀਕ ਹੈ, ਹਵਾ ਕਿਵੇਂ ਬਣੂਗੀ, ਕਿਉਂਕਿ ਜਦੋਂ ਆਪਾਂ ਨੂੰ ਪ੍ਰੈਸ ਕਰਾਂਗੇ ਛੱਡਾਂਗੇ ਉਦੋਂ ਉਹਦੇ ਅੰਦਰ ਹਵਾ ਬਣੂਗੀ। ਠੀਕ ਹੈ, ਦੁਬਾਰਾ ਫਿਰ ਦੇਖ ਲਓ, ਇਹ ਜਿਹੜੀ ਬਨਾਵਟੀ ਸਾਹ ਦੇਣ ਲਈ ਕੀ ਹੁੰਦੇ, ਬਨਾਵਟੀ ਸਾਹ ਯੰਤਰ ਬਣੇ ਹੁੰਦੇ ਆ। ਇਸ ਵਿੱਚ ਕੀ ਹੁੰਦਾ ਵਾ, ਇਨਲੈਟ ਤੇ ਆਊਟਲੈਟ ਵਾਲਵ ਹੁੰਦੇ ਆ। ਠੀਕ ਹੈ, ਜਿਹੜੇ ਕਿ ਕਿਵੇਂ ਕੰਮ ਕਰਦੇ ਆ, ਰਬੜ ਦੀ ਇੱਕ ਵਾਲਵ ਹੁੰਦੀ, ਉਹਨੂੰ ਦਬਾਉਣ ਅਤੇ ਛੱਡਣ ਦੇ ਨਾਲ ਖੁੱਲ੍ਹਦੇ ਤੇ ਬੰਦ ਹੁੰਦੇ। ਜਿਹੜੇ ਇਨਲੈਟ ਤੇ ਆਊਟਲੈਟ ਵਾਲਵ ਹੈ ਕਿਵੇਂ ਖੁੱਲ੍ਹਦੇ ਤੇ ਬੰਦ ਹੁੰਦੇ ਆ, ਇੱਕ ਰਬੜ ਦੀ ਵਾਲਵ ਹੁੰਦੀ, ਉਹਨੂੰ ਦਬਾਉਣ ਤੇ ਛੱਡਣ ਦੇ ਨਾਲ ਖੁੱਲ੍ਹਦੇ ਤੇ ਬੰਦ ਹੁੰਦੇ ਆ। ਠੀਕ ਹੈ, ਇਹਦੇ ਰਾਹੀਂ ਕੀ ਹੈ, ਹਵਾ ਫਿਲਟਰ ਹੋ ਕੇ ਜਾਂਦੀ ਹੈ, ਹਵਾ ਫਿਲਟਰ ਹੋ ਕੇ ਚੈਂਬਰ ਵਿੱਚ ਦੀ ਜਾਂਦੀ ਹੈ। ਫਿਰ ਇਹਦੇ ਨਾਲ ਅੱਗੇ ਕੀ ਲੱਗਿਆ ਹੁੰਦਾ, ਇੱਕ ਮਾਸਕ ਲੱਗਿਆ ਹੁੰਦਾ, ਤੁਸੀਂ ਫਿਗਰ 'ਚ ਦੇਖ ਸਕਦੇ ਆ। ਇਹਦੇ ਨਾਲ ਕੀ ਹੁੰਦਾ, ਹਵਾ ਦੇ ਇੱਕ ਮਾਸਕ ਲੱਗਿਆ ਹੁੰਦਾ, ਉਹ ਮਾਸਕ ਦੇ ਰਾਹੀਂ ਕੀ ਹਵਾ ਤੇਜ਼ੀ ਨਾਲ ਅੰਦਰ ਜਾਂਦੀ ਹੈ। ਠੀਕ ਹੈ, ਹਵਾ ਕੀ ਤੇਜ਼ੀ ਨਾਲ ਅੰਦਰ ਜਾਂਦੀ ਹੈ। ਇਸ ਨੂੰ ਵੀ ਆਪਾਂ ਕੀ ਕਰ ਸਕਦੇ ਹਾਂ, 12 ਤੋਂ 15 ਵਾਰੀ 1 ਮਿੰਟ 'ਚ ਆਪਰੇਟ ਕਰਦੇ ਹਾਂ, ਅਤੇ ਇਹਦੇ ਨਾਲ ਵੀ ਕੀ ਹੈ, ਰੋਗੀ ਨੂੰ ਸਾਹ ਆਉਣਾ ਸ਼ੁਰੂ ਹੋ ਜਾਂਦਾ। ਠੀਕ ਹੈ, ਇਸ ਦੇ ਨਾਲ ਹੀ ਇਹ ਆਪਣਾ ਇਹ ਚੈਪਟਰ ਪੂਰਾ ਹੋ ਗਿਆ। ਠੀਕ ਹੈ, ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਵੇਗਾ। ਠੀਕ ਹੈ, ਥੈਂਕ ਯੂ, ਧੰਨਵਾਦ। ਫਿਰ ਦੁਬਾਰਾ ਮਿਲਾਂਗੇ ਆਪਾਂ। ਓਕੇ।